ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਸੇ ਤਰ੍ਹਾਂ ਪਿਆਰ ਦੇ ਵਿੱਚ ਸਜੇ ਰਹਿਣਾ। ਜਿੰਨੀ ਸਤਿਗੁਰਾਂ ਨੇ ਸਮਤ ਬਖਸ਼ਿਆ, ਮੈਂ ਇੱਕ ਬੇਨਤੀ ਕਰਾਂਗਾ। ਉਸ ਤੋਂ ਬਾਅਦ ਖਾਲਸਾ ਜੀ ਨੇ 5 ਮਿੰਟ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵੱਲੋਂ ਆਪ ਜੀ ਨੂੰ ਜਾਣਕਾਰੀ ਦੇਣੀ ਹੈ, ਕਿਉਂਕਿ ਮਹਾਂਪੁਰਖਾਂ ਦੀ ਵੱਡੀ ਕਮਾਈ ਦਾ ਸਦਕਾ ਲੱਖਾਂ ਰੁਪਈਏ ਦਾ ਲਿਟਰੇਚਰ ਜਿਹੜਾ ਹੈ ਉਹ ਸੰਗਤਾਂ ਨੂੰ ਫ੍ਰੀ ਵੰਡਿਆ ਜਾਂਦਾ। ਬੇਅੰਤ ਜੀਵ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲਿਟਰੇਚਰ ਨੂੰ ਪੜ੍ਹ ਸੁਣ ਕੇ ਗੁਰਸਿੱਖੀ ਨੂੰ ਧਾਰਨ ਕਰ ਗਏ ਜੀ। ਖਾਲਸਾ ਜੀ 2 ਸ਼ਬਦਾਂ ਦੀ ਹਾਜ਼ਰੀ ਲਵਾਉਣਗੇ। ਉਸ ਤੋਂ ਉਪਰੰਤ ਮਹਾਂਪੁਰਖਾਂ ਦਾ ਸਮਾਂ, ਬਾਬਾ ਜੀ ਨੂੰ ਸਮੇਂ ਦੇ ਬੰਧਨ ਦੇ ਵਿੱਚ ਮਹਾਂਪੁਰਖਾਂ ਨੂੰ ਬੰਨ੍ਹਿਆ ਨਹੀਂ ਜਾਂਦਾ। ਮਹਾਂਪੁਰਖਾਂ ਦੀ ਆਪਣੀ ਮੌਜ ਹੈ, ਜਿੰਨਾ ਸਮਾਂ ਵੀ ਭਾਉਂਦਾ ਹੈ ਸੰਗਤਾਂ ਨੂੰ ਨਿਹਾਲ ਕਰਨ। ਖਾਲਸਾ ਜੀ 2 ਸ਼ਬਦਾਂ ਦੀ ਸਾਂਝ ਕਰਨ। ਗੁਰੂ ਚਰਨਾਂ ਵਿੱਚ ਜੁੜ ਬੈਠੇ ਗੁਰੂ ਖਾਲਸਾ ਜੀ, ਫਤਿਹ ਦੀ ਸਾਂਝ ਕਰੀਏ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਨੇ ਬਹੁਤਾ ਸਮਾਂ ਨਹੀਂ ਲੈਣਾ, ਸਿਰਫ 5-7 ਮਿੰਟ ਜੋ ਮਹਾਂਪੁਰਖਾਂ ਦੇ ਆਪ ਦਰਸ਼ਨ ਕਰ ਰਹੇ ਹੋ। ਸੰਤ ਬਾਬਾ ਸੇਵਾ ਸਿੰਘ ਜੀ ਦੀ ਜੋ ਘਾਲਣਾ ਕੌਮ ਵਾਸਤੇ ਹੈ, ਸੋ ਗੁਰਮੁਖਾਂ ਨੇ ਹੁਕਮ ਕੀਤਾ ਸੀ ਕਿ ਦਾਸ ਆਪਣੀ ਤੁਸ਼ ਬੁੱਧੀ ਅਨੁਸਾਰ ਜੋ ਮਹਾਂਪੁਰਖਾਂ ਕੋਲ ਰਹਿ ਕੇ ਉੱਥੇ ਜੋ ਸਾਰੀਆਂ ਸੇਵਾਵਾਂ ਚੱਲ ਰਹੀਆਂ ਦੇਖੀਆਂ ਅੱਖੀਂ, ਔਰ ਜੋ ਹੱਡੀ ਬੀਤਿਆ ਹੈ ਉਸ ਬਾਰੇ ਆਪ ਸੰਗਤ ਨਾਲ ਵਿਚਾਰ ਕੀਤੀ ਜਾਵੇ। ਸੋ ਸਾਧ ਸੰਗਤ ਜੀ, ਕੁਝ ਗੁਰਮੁਖ ਪਿਆਰੇ ਐਸੇ ਹਨ ਜਿਨ੍ਹਾਂ ਨੂੰ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਬਾਰੇ ਪਤਾ ਹੈ, ਪਰ ਬਹੁਤੇ ਪ੍ਰਾਣੀ ਐਸੇ ਹੋਣਗੇ ਜਿਨ੍ਹਾਂ ਨੂੰ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਬਾਰੇ ਨਹੀਂ ਪਤਾ ਹੋਵੇਗਾ। ਹੁਸ਼ਿਆਰਪੁਰ ਤੋਂ ਦਸੂਹਾ ਰੋਡ ਦੇ ਉੱਤੇ ਗੜ੍ਹਦੀ ਵਾਲਾ ਪਿੰਡ ਹੈ, ਉਹਦੇ ਲਾਗੇ ਹੀ ਗੋਂਦਪੁਰ ਹੈ। ਸੋ ਗੋਂਦਪੁਰ ਤੋਂ ਅੰਦਰ ਆਉਂਦਿਆਂ 1 ਕਿਲੋਮੀਟਰ ਅੰਦਰ ਆ ਕੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਬਣਿਆ ਹੋਇਆ ਹੈ। ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਜਿਹੜਾ ਹੈ ਉਹ 1949 ਤੋਂ ਪਹਿਲਾਂ ਜਿਹੜਾ ਉਹ ਅਸਥਾਨ ਸੀ, ਇੱਕ ਸਕਤੇ ਥੇ ਦੇ ਨਾਲ ਜਾਣਿਆ ਜਾਂਦਾ ਸੀ, ਜਿੱਥੇ ਕਹਿੰਦੇ ਨੇ ਕਿ ਭੂਤਾਂ ਪ੍ਰੇਤਾਂ ਦਾ ਵਾਸਾ ਲੋਕ ਮੰਨਦੇ ਸਨ ਉੱਥੇ ਹੈ। ਅਤੇ ਬਹੁਤ ਜੰਗਲ ਬਿਆਬਾਨ ਸੰਗਲਾ ਜੰਗਲ ਸੀ, ਜਿੱਥੇ ਲੋਕ ਜਾਣੋਂ ਵੀ ਡਰਦੇ ਸਨ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਹੋਇਆ, ਹੁਕਮ ਮੰਨਿਆ ਸੰਤ ਬਾਬਾ ਹਰਨਾਮ ਸਿੰਘ ਜੀ ਨੇ, ਅਤੇ ਇਸ ਭਿਆਨਕ ਸਕਤੇ ਥੇ ਦੇ ਉੱਤੇ ਸੰਤ ਬਾਬਾ ਹਰਨਾਮ ਸਿੰਘ ਜੀ ਨੇ 1949 ਵਿੱਚ ਆਪਣੇ ਚਰਨ ਪਾਏ ਅਤੇ ਪ੍ਰਭੂ ਬੰਦਗੀ ਕਰਕੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੁਬਾਰੇ ਦੇ ਗੁਰੂ ਫਰਮਾਨਾਂ ਨੂੰ ਸਾਕਾਰ ਕੀਤਾ। ਮਨੁੱਖੀ ਸ਼ੋਅ ਨੂੰ ਤਰਸਦੀ ਇਸ ਡਰਾਉਣੇ ਥੇ ਦੀ ਧਰਤੀ ਨੂੰ ਭਜਨ ਬੰਦਗੀ ਦੀ ਬਦੌਲਤ ਰਾਮ ਦੀ ਪੁਰੀ ਅਤੇ ਖੁਸ਼ੀਆਂ ਖੇੜਿਆਂ ਦੀ ਨਿਧੀ ਬਣਾ ਦਿੱਤਾ। ਥੋੜ੍ਹੇ ਹੀ ਸਮੇਂ ਵਿੱਚ ਇਸ ਸਥਾਨ ਉੱਪਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਣ ਉਪਰੰਤ ਇਸ ਅਸਥਾਨ ਦਾ ਨਾਮ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਪ੍ਰਚਲਿਤ ਹੋ ਗਿਆ। ਸੋ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਜੋ ਨੇੜੇ ਰਹਿ ਕੇ ਸੰਗਤ ਕੀਤੀ, ਸੇਵਾ ਕੀਤੀ, ਉਹਨਾਂ ਦੇ ਰਸ ਨੂੰ ਮਾਣਿਆ, ਆਨੰਦ ਨੂੰ ਮਾਣਿਆ ਅਤੇ ਗੁਰੂ ਨੂੰ ਨੇੜੇ ਹੋ ਕੇ ਜਾਣਨ ਦੀ ਜੋ ਬਖਸ਼ਿਸ਼ ਪ੍ਰਾਪਤ ਕੀਤੀ ਸੰਤ ਬਾਬਾ ਸੇਵਾ ਸਿੰਘ ਜੀ ਨੇ, ਉਹ ਸਾਰੀ ਬਾਬਾ ਜੀ ਨੇ ਆਪਣੇ ਹੱਥੀਂ ਲਿਖੀ ਇੱਕ ਪੁਸਤਕ ਸੇਕ ਨੇਹਾ ਵਿੱਚ ਲਿਖੀ ਹੋਈ ਹੈ, ਜੋ ਬਾਹਰ ਉਪਲਬਧ ਹੈ, ਆਪ ਜੀ ਪ੍ਰਾਪਤ ਕਰ ਸਕਦੇ ਹੋ। ਸੋ ਬਾਬਾ ਜੀ ਨੇ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਜੋ ਉੱਥੇ ਬੰਦਗੀ ਕੀਤੀ, ਸਿਮਰਨ ਭਜਨ ਕੀਤਾ, ਉਸ ਸਕਤੇ ਥੇ ਨੂੰ ਬਾਬਾ ਜੀ ਨੇ ਉੱਥੇ ਨਾਮ ਜਪਣ ਦੀ ਪੂਰੀ ਬਣਾ ਦਿੱਤਾ। ਔਰ ਹੁਣ ਵੀ ਜਿਹੜੇ ਪ੍ਰਾਣੀ ਵੀ ਉਸ ਸਥਾਨ 'ਤੇ ਜਾਂਦੇ ਹੈ ਉਹ ਹੈਰਾਨ ਰਹਿ ਜਾਂਦੇ ਹੈ ਕਿ ਐਸਾ ਸਥਾਨ ਹੈ ਜਿੱਥੇ ਆਨੰਦ ਹੀ ਆਨੰਦ ਹੈ। ਗੇਟ ਦੇ ਅੰਦਰ ਵੜਦਿਆਂ ਹੀ ਆਨੰਦ ਪ੍ਰਾਪਤ ਹੁੰਦਾ ਹੈ ਅਤੇ ਉੱਥੇ ਸਹਿਜੇ ਹੀ ਮਨ ਜਿਹੜਾ ਹੈ ਉਹ ਨਾਮ ਸਿਮਰਨ ਦੇ ਵਾਲੇ ਪਾਸੇ ਜੁੜਦਾ ਜਾਂਦਾ ਹੈ। ਐਸਾ ਅਸਥਾਨ ਉਹ ਬਣਿਆ ਹੋਇਆ ਮਹਾਂਪੁਰਖਾਂ ਦੀ ਬੰਦਗੀ ਸਦਕਾ। ਸੋ ਉੱਥੇ ਮਹਾਂਪੁਰਖਾਂ ਨੇ ਜੋ ਸੰਤ ਬਾਬਾ ਸੇਵਾ ਸਿੰਘ ਜੀ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਕਾਫੀ ਉਪਰਾਲੇ ਕਰਕੇ ਕਾਫੀ ਕਾਰਜ ਆਰੰਭ ਕੀਤੇ ਹੋਏ ਹੈ। ਜਿਵੇਂ ਨਾਮ ਅਭਿਆਸ ਕਮਾਈ ਸਮਾਗਮ ਸਾਲ ਵਿੱਚ 3 ਵਾਰ ਹੁੰਦਾ ਹੈ। ਮਹਾਂਪੁਰਖਾਂ ਦੀ ਜੋ ਬਰਸੀ ਸਮਾਗਮ ਹੈ ਉਹ ਜਨਵਰੀ ਵਿੱਚ 1 ਜਨਵਰੀ ਤੋਂ ਲੈ ਕੇ 4 ਜਨਵਰੀ ਤੱਕ ਹੁੰਦਾ ਹੈ।
ਇਸੇ ਅਨੁਸਾਰ ਨਾਮ ਅਭਿਆਸ ਕਮਾਈ ਸਮਾਗਮ 'ਚ ਸਵੇਰੇ 2 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਲਗਾਤਾਰ ਸਮਾਗਮ ਚੱਲਦੇ, ਵਿੱਚ ਆਰਾਮ ਕਰਨ ਦਾ ਸਮਾਂ ਵੀ ਮਿਲਦਾ ਹੈ। ਨਾਮ ਅਭਿਆਸ ਹੁੰਦਾ ਹੈ, ਕੀਰਤਨ ਹੁੰਦਾ ਹੈ, ਕਥਾ ਵਿਚਾਰਾਂ ਹੁੰਦੀਆਂ ਹੈ। ਸੋ ਉੱਚ ਕੋਟੀ ਦੇ ਵਿਦਵਾਨ ਕਥਾਵਾਚਕ ਆ ਕੇ ਗੁਰਮਤਿ ਵਿਚਾਰਾਂ ਕਰਕੇ ਗੁਰੂ ਚਰਨਾਂ ਨਾਲ ਜੋੜਦੇ ਹੈ। ਇਸੇ ਤਰ੍ਹਾਂ ਉਸ ਸਥਾਨ ਦੇ ਉੱਤੇ ਗੁਰਬਾਣੀ ਕੰਠ ਮੁਕਾਬਲੇ ਕਰਾ ਕੇ, ਦਸਤਾਰ ਮੁਕਾਬਲੇ ਕਰਾ ਕੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਿਆ ਜਾਂਦਾ ਹੈ ਅਤੇ ਬਾਬਾ ਜੀ ਵੱਲੋਂ ਇਨਾਮ ਦਿੱਤੇ ਜਾਂਦੇ ਹੈ। ਗੁਰਦੁਆਰਾ ਸਾਹਿਬ ਵਿਖੇ ਇਹ ਗੁਰਮਤਿ ਵਿਦਿਆਲਾ ਵੀ ਚੱਲ ਰਿਹਾ ਹੈ, ਜਿੱਥੇ ਸੈਂਕੜੇ ਵਿਦਿਆਰਥੀ ਉੱਥੋਂ ਵਿੱਦਿਆ ਪ੍ਰਾਪਤ ਕਰ ਰਹੇ ਹੈ। ਸੋ ਟਕਸਾਲੀ ਸਿੰਘ ਜੋ ਉੱਥੇ ਰੱਖੇ ਹੋਏ ਹੈ ਸੰਥਿਆ ਦੇਣ ਵਾਸਤੇ, ਉਹ ਸੰਥਿਆ ਕਰਾਉਂਦੇ ਹੈ। ਕੀਰਤਨ ਦੀ ਵਿੱਦਿਆ ਵੀ ਉੱਥੇ ਦਿੱਤੀ ਜਾਂਦੀ ਹੈ, ਅਮਰ ਸੰਚਾਰ ਵੀ ਹੁੰਦਾ ਹੈ। ਨਾਲ ਦੇ ਨਾਲ ਜੋ ਸਕੂਲ ਪੜ੍ਹਨ ਵਾਸਤੇ ਬੱਚੇ ਉੱਥੇ ਆਉਂਦੇ ਨੇ, ਗਰੀਬ ਬੱਚੇ ਜਿਨ੍ਹਾਂ ਨੂੰ ਘਰੋਂ ਧਨ ਦੌਲਤ ਵੱਲੋਂ ਵੀ ਕਮੀ ਹੈ ਜਾਂ ਹੋਰ ਕੁਝ ਕਮੀਆਂ ਨੇ, ਗੁਰਦੁਆਰਾ ਸਾਹਿਬ ਵਿਖੇ ਰਹਿ ਕੇ ਹੀ ਉਹ ਆਪਣੀ ਜੋ ਉੱਥੋਂ ਗੁਰਮਤਿ ਦੀ ਸਿੱਖਿਆ ਵੀ ਲੈਂਦੇ ਹੈ ਅਤੇ ਲਾਗੇ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਵੀ ਉਹ ਵਿੱਦਿਆ ਪ੍ਰਾਪਤ ਕਰਦੇ ਆ, ਜਿਹਦਾ ਸਾਰਾ ਖਰਚਾ ਸੰਗਤ ਦੇ ਸਹਿਯੋਗ ਨਾਲ ਬਾਬਾ ਜੀ ਵੱਲੋਂ ਗੁਰਦੁਆਰਾ ਸਾਹਿਬ ਵੱਲੋਂ ਹੁੰਦਾ ਹੈ। ਸੋ ਗੁਰਦੁਆਰਾ ਸਾਹਿਬ ਵਿਖੇ ਅਜਾਇਬ ਘਰ ਵੀ ਬਣਾਇਆ ਗਿਆ ਹੈ, ਮਲਟੀਮੀਡੀਆ ਆਡੀਟੋਰੀਅਮ ਵੀ ਬਣਾਇਆ ਗਿਆ ਹੈ। ਗੁਰਮਤਿ ਪ੍ਰਚਾਰ ਵਾਸਤੇ ਗੁਰਦੁਆਰਾ ਸਾਹਿਬ ਵੱਲੋਂ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ, ਪਿੰਡਾਂ ਦੇ ਵਿੱਚ ਜਾ ਕੇ ਜੋ ਬੱਚਿਆਂ ਨੂੰ, ਨੌਜਵਾਨਾਂ ਨੂੰ ਨਸ਼ੇ ਤੋਂ ਰਹਿਤ ਕਰਨ ਵਾਸਤੇ ਉਹਨਾਂ ਨੂੰ ਪ੍ਰੇਰਨਾ ਦਿੱਤੀ ਜਾਂਦੀ ਹੈ, ਲੈਕਚਰ ਕੀਤੇ ਜਾਂਦੇ ਹੈ। ਇਸ ਤੋਂ ਇਲਾਵਾ ਸੋ ਗੁਰਦੁਆਰਾ ਸਾਹਿਬ ਵੱਲੋਂ ਬਾਬਾ ਜੀ ਵੱਲੋਂ 58 ਦੇ ਕਰੀਬ ਕਿਤਾਬਾਂ ਲਿਖ ਦਿੱਤੀਆਂ ਗਈਆਂ ਹੈ, ਜਿਹਦੇ ਵਿੱਚ ਸਮਾਜਿਕ ਕੁਰੀਤੀਆਂ ਬਾਰੇ ਵੀ ਲਿਖਿਆ ਗਿਆ ਹੈ, ਨਸ਼ਿਆਂ ਤੋਂ ਬਚਣ ਵਾਸਤੇ ਵੀ ਦੱਸਿਆ ਗਿਆ ਹੈ, ਇਸੇ ਤਰ੍ਹਾਂ ਭਰੂਣ ਹੱਤਿਆ ਬਾਰੇ ਵੀ ਦੱਸਿਆ ਗਿਆ ਹੈ, ਮਾਤਾ ਪਿਤਾ ਦਾ ਸਤਿਕਾਰ ਕਿਵੇਂ ਕਰਨਾ ਹੈ ਉਹਦੇ ਬਾਰੇ ਵੀ ਦੱਸਿਆ ਗਿਆ ਹੈ। ਹਰ ਪੱਖ ਤੋਂ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ ਵੀ ਪੱਖ ਜੋ ਗੁਰਮਤਿ ਨਾਲ ਜੋੜਦੇ ਹੈ, ਮਨਮਤ ਦਾ ਨਾਸ਼ ਕਰਦੇ ਹੈ, ਉਹਨਾਂ ਦੇ ਉੱਤੇ ਮਹਾਂਪੁਰਖਾਂ ਨੇ ਦਿਨ ਰਾਤ ਇੱਕ ਕਰਕੇ ਪੁਸਤਕਾਂ ਲਿਖੀਆਂ ਹੋਈਆਂ ਹੈ। ਸੋ ਉਹ ਲਿਟਰੇਚਰ ਸਾਰਾ ਹੀ ਫ੍ਰੀ ਦਿੱਤਾ ਜਾਂਦਾ ਹੈ। ਕਰੋੜਾਂ ਰੁਪਈਆਂ ਦਾ ਲਿਟਰੇਚਰ ਜਿਹੜਾ ਹੈ ਸੋ ਸੰਗਤ ਵਿੱਚ ਔਰ ਸਾਰੇ ਲੋਕਾਈ ਵਿੱਚ ਵੰਡਿਆ ਜਾਂਦਾ ਹੈ, ਦੇਸ਼ ਵਿੱਚ ਵੀ ਵਿਦੇਸ਼ ਵਿੱਚ ਵੀ, ਬਿਲਕੁਲ ਫ੍ਰੀ। ਉਸ ਦੀ ਕੋਈ ਭੇਟਾ ਨਹੀਂ ਹੈ। ਜੇ ਭੇਟਾ ਪੜ੍ਹਨ ਲੱਗੋਗੇ ਤਾਂ ਉੱਤੇ ਸਿਰਫ ਇੱਕ ਹੀ ਗੱਲ ਲਿਖੀ ਹੈ, ਭੇਟਾ ਕੀ ਹੈ? ਵਿਚਾਰ ਤੇ ਅਮਲ। ਆਪ ਪੜ੍ਹੋ ਤੇ ਦੂਸਰਿਆਂ ਨੂੰ ਪੜ੍ਹਾਓ। ਇਸ ਤੋਂ ਇਲਾਵਾ ਕਿਸੇ ਬੁੱਕ ਦੇ ਉੱਤੇ ਤੁਸੀਂ ਕੋਈ ਰੁਪਿਆ ਵੀ ਨਹੀਂ ਲਿਖਿਆ ਵੇਖੋਗੇ। ਸੋ ਗੁਰਦੁਆਰਾ ਸਾਹਿਬ ਵਿਖੇ ਹੀ ਅੱਖਾਂ ਦਾ ਆਪਰੇਸ਼ਨ ਜਿਹੜਾ ਚੱਲਦਾ ਹੈ, ਸੈਂਕੜੇ ਲੋਕਾਂ ਦਾ ਆਪਰੇਸ਼ਨ ਜਿਹੜਾ ਬਿਲਕੁਲ ਫ੍ਰੀ ਹਰ ਮਹੀਨੇ ਕੀਤਾ ਜਾਂਦਾ ਹੈ। ਕਈ ਮਹੀਨਿਆਂ ਦੀਆਂ ਲੰਬੀਆਂ ਲਿਸਟਾਂ ਬਣੀਆਂ ਹੋਈਆਂ ਹੈ। ਸੋ ਉਹ ਜਿਹੜੇ ਆਪਰੇਸ਼ਨ ਹੈ ਉਹਦੇ ਵਿੱਚ ਪਰਚੀ ਦਾ ਪੈਸਾ ਵੀ ਨਹੀਂ ਲਿਆ ਜਾਂਦਾ, ਲੰਗਰ ਵੀ ਫ੍ਰੀ ਹੈ, ਰਿਹਾਇਸ਼ ਵੀ ਫ੍ਰੀ ਹੈ, ਪਰਚੀ ਵੀ ਫ੍ਰੀ ਹੈ। ਇੱਥੋਂ ਤੱਕ ਕਿ ਲੈਂਸ ਆਪਰੇਸ਼ਨ A to Z ਸਾਰਾ ਕੁਝ ਹੀ ਬਿਲਕੁਲ ਗੁਰਦੁਆਰਾ ਸਾਹਿਬ ਵੱਲੋਂ ਸੰਗਤ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ, ਕਿਸੇ ਕੋਲੋਂ ਕੋਈ ਮਾਇਆ ਨਹੀਂ ਲਈ ਜਾਂਦੀ। ਇਸੇ ਪ੍ਰਕਾਰ ਗੁਰਦੁਆਰਾ ਸਾਹਿਬ ਦੇ ਵਿੱਚ 700 ਦੇ ਕਰੀਬ ਜੋ ਹੈ ਕਮਰੇ ਬਣੇ ਹੋਏ ਹੈ, ਲੈਟਰਿੰਗ ਬਾਥਰੂਮ ਬਿਲਕੁਲ ਨਾਲ ਅਟੈਚ ਅਤੇ ਗਰਮ ਠੰਡੇ ਪਾਣੀ ਦਾ ਸਾਰਾ ਪ੍ਰਬੰਧ ਹੈ। ਕਿਸੇ ਵੀ ਪ੍ਰਾਣੀ ਨੇ ਗੁਰਦੁਆਰਾ ਸਾਹਿਬ ਵਿਖੇ ਆ ਕੇ ਨਾਮ ਅਭਿਆਸ ਕਰਨਾ ਹੋਵੇ, ਸਿਮਰਨ ਕਰਨਾ ਹੋਵੇ, ਉਹ ਗੁਰਦੁਆਰਾ ਸਾਹਿਬ ਵਿਖੇ ਰਹਿ ਕੇ ਉੱਥੇ ਆਪਣਾ ਆਨੰਦ ਪ੍ਰਾਪਤ ਕਰ ਸਕਦਾ ਹੈ। ਲੰਗਰ ਵੀ ਪ੍ਰਬੰਧ ਕੀਤਾ ਗਿਆ ਹੈ, ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸੋ ਇੱਕ ਜਿਹੜੀ ਖਾਸ ਗੱਲ ਹੈ ਉਹ ਜੋ ਭਾਈ ਪਰਮਜੀਤ ਸਿੰਘ ਹੋਣੀ ਵੀ ਮੈਨੂੰ ਦੱਸ ਰਹੇ ਸੀ ਕਿ ਬਾਬਾ ਜੀ ਵੱਲੋਂ ਜਿੱਥੇ ਇਸ ਦੇਸ਼ ਦੇ ਵਿੱਚ ਲੋਕਾਈ ਦੇ ਭਲੇ ਵਾਸਤੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਪ੍ਰਚਾਰ ਜਥੇ ਭੇਜ ਕੇ ਗੁਰਮਤਿ ਪ੍ਰਚਾਰ ਕੀਤਾ ਜਾ ਰਿਹਾ ਹੈ, ਉੱਥੇ ਵਿਦੇਸ਼ਾਂ ਦੇ ਵਿੱਚ ਵੀ ਸੰਗਤਾਂ ਬਹੁਤ ਵੱਡੇ ਪੱਧਰ 'ਤੇ ਗੁਰੂ ਚਰਨਾਂ ਨਾਲ ਜੁੜ ਰਹੀਆਂ। ਕਿਵੇਂ? ਕਿਉਂਕਿ ਬਾਬਾ ਜੀ ਦੇ ਸਪੁੱਤਰ ਭਾਈ ਭੁਪਿੰਦਰ ਸਿੰਘ ਜੀ ਜੋ ਕੈਨੇਡਾ ਵਿੱਚ ਰਹਿ ਕੇ, ਜਿੱਥੇ ਕਿ ਇੱਕ ਮਿੰਟ ਵੀ ਬਹੁਤ ਕੀਮਤੀ ਹੈ, ਉਹਦੇ ਵਿੱਚੋਂ ਵੀ ਸਮਾਂ ਕੱਢ ਕੇ ਗੁਰਮਤਿ ਪ੍ਰਚਾਰ ਵਾਸਤੇ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰ ਰਹੇ ਨੇ। ਜਿੱਥੇ ਬਾਬਾ ਜੀ ਨੇ ਪੁਸਤਕਾਂ ਲਿਖੀਆਂ ਹੋਈਆਂ 58 ਦੇ ਕਰੀਬ, ਪੰਜਾਬੀ, ਹਿੰਦੀ, ਅੰਗਰੇਜ਼ੀ ਦੇ ਵਿੱਚ ਪੁਸਤਕਾਂ ਉਪਲਬਧ ਨੇ, ਉੱਥੇ ਨਾਲ ਹੀ ਭਾਈ ਭੁਪਿੰਦਰ ਸਿੰਘ ਜੀ ਜੋ ਬਾਬਾ ਜੀ ਦੇ ਸਪੁੱਤਰ ਨੇ ਕੈਨੇਡਾ ਦੇ ਵਿੱਚ, ਉਹ ਪੁਸਤਕਾਂ ਨੂੰ ਸੀਡੀਆਂ ਦਾ ਰੂਪ ਧਾਰਨ ਕਰਕੇ, ਸੀਡੀਆਂ, ਆਡੀਓ ਸੀਡੀਆਂ ਬਣਾ ਕੇ, ਆਡੀਓ ਬੁੱਕਸ ਬਣਾ ਕੇ ਸੰਗਤਾਂ ਵਿੱਚ ਵੰਡ ਰਹੇ ਹੈ। ਭਾਈ ਪਰਮਜੀਤ ਸਿੰਘ ਹੁਣੀ ਦੱਸ ਰਹੇ ਸੀ, ਕਹਿੰਦੇ ਜਿਵੇਂ ਬਾਬਾ ਜੀ ਦੀ ਸੇਕ ਨੇਹਾ ਪੁਸਤਕ ਪੜ੍ਹਦਾ ਹੋਵੇ ਨਾ ਕੋਈ, ਤੇ ਇਤਨਾ ਆਨੰਦ ਆਉਂਦਾ ਹੈ, ਇਵੇਂ ਲੱਗਦਾ ਹੈ ਜਿਵੇਂ ਗੁਰੂ ਸਾਹਿਬ ਦੇ ਬਹੁਤ ਨੇੜੇ ਹੋ ਗਿਆ ਹੁੰਦਾ ਹੈ।
ਜਿੱਥੇ ਦੇਸ਼ ਦੇ ਵਿੱਚ ਲੋਕਾਈ ਗੁਰੂ ਚਰਨਾਂ ਨਾਲ ਮਹਾਂਪੁਰਖਾਂ ਦੀ ਸੰਗਤ ਕਰਕੇ ਜੁੜ ਰਹੀ ਹੈ, ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ, ਸ਼ਬਦ ਦੀ ਬਖਸ਼ਿਸ਼ ਸਦਕਾ ਜੁੜ ਰਹੇ ਹੈ, ਉੱਥੇ ਵਿਦੇਸ਼ਾਂ ਦੇ ਵਿੱਚ ਵੀ ਲੋਕ ਗੁਰੂ ਚਰਨਾਂ ਨਾਲ ਜੁੜ ਰਹੇ ਹੈ। ਸੈਂਕੜੇ ਨਹੀਂ, ਹਜ਼ਾਰਾਂ ਹੀ ਪ੍ਰਾਣੀ ਜਿਹੜੇ ਗੁਰਮਤਿ ਤੋਂ ਪਾਸੇ ਹੋ ਗਏ ਸਨ, ਪਤਿਤ ਹੋ ਗਏ ਸਨ, ਨਸ਼ਿਆਂ ਦੇ ਵਿੱਚ ਗਲਤਾਨ ਹੋ ਗਏ ਸਨ, ਉਹਨਾਂ ਨੂੰ ਸਤਿਗੁਰੂ ਜੀ ਦੀ ਰਹਿਮਤ ਸਦਕਾ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੋਈ। ਬਾਬਾ ਜੀ ਦੀ ਪੁਸਤਕ ਸੇਕ ਨਹਿਆ ਉਹਨਾਂ ਨੇ ਪੜ੍ਹੀ ਤੇ ਹੁਣ ਉਹ ਅੰਮ੍ਰਿਤਧਾਰੀ ਗੁਰਸਿੱਖ ਸੱਜੇ ਹੋਏ ਹੈ। ਪ੍ਰਤੱਖ ਮਿਸਾਲ ਤੁਹਾਡੇ ਸਾਹਮਣੇ ਭਾਈ ਪਰਮਜੀਤ ਸਿੰਘ ਦੀ ਹੈ। ਇਹਨਾਂ ਨੇ ਪਹਿਲਾਂ ਕੇਸ ਕੱਟੇ ਹੋਏ ਸਨ, ਹੁਣ ਦੇਖੋ ਤੁਹਾਡੇ ਸਾਹਮਣੇ ਗੁਰੂ ਦੀ ਸੇਵਾ ਵਿੱਚ ਲੱਗੇ ਹੋਏ ਹੈ, ਜੁੜੇ ਪਏ ਹੈ। ਇਸੇ ਤਰ੍ਹਾਂ ਭਾਈ ਰਜਿੰਦਰ ਸਿੰਘ ਰਾਜਾ ਜੋ ਅਮਰੀਕਾ ਦੇ ਵਿੱਚ ਸੇਵਾ ਕਰ ਰਹੇ ਹੈ, ਭਾਈ ਗੁਰਲਾਲ ਸਿੰਘ, ਹੋਰ ਬੇਅੰਤ ਗੁਰਸਿੱਖ ਐਸੇ ਹਨ ਜਿਹੜੇ ਪਹਿਲਾਂ ਨਸ਼ੇ ਦੇ ਵਿੱਚ ਗਲਤਾਨ ਸਨ ਤੇ ਹੁਣ ਗੁਰੂ ਚਰਨਾਂ ਦੇ ਨਾਲ ਜੁੜੇ ਹੋਏ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਐਸੇ ਮਹਾਂਪੁਰਖਾਂ ਦੀ ਸੰਗਤ ਸਾਨੂੰ ਪ੍ਰਾਪਤ ਹੋਈ ਹੈ। ਹੋਰ ਸਤਿਗੁਰੂ ਜੀ ਕਿਰਪਾ ਕਰਨ, ਮਹਾਂਪੁਰਖਾਂ ਦੀ ਸੰਗਤ ਸਾਨੂੰ ਪ੍ਰਾਪਤ ਹੁੰਦੀ ਰਹੇ ਤੇ ਆਪਾਂ ਲਾਹਾ ਪ੍ਰਾਪਤ ਕਰੀਏ। ਇਸੇ ਤਰ੍ਹਾਂ ਬਾਹਰ ਜੋ ਬਾਬਾ ਜੀ ਵੱਲੋਂ ਗੱਡੀ ਭਰ ਕੇ ਲਿਆਂਦੀ ਗਈ ਹੈ, ਪੁਸਤਕਾਂ ਦੀ ਬਿਲਕੁਲ ਫ੍ਰੀ ਦਿੱਤੀਆਂ ਜਾ ਰਹੀਆਂ, ਜਿਨ੍ਹਾਂ ਨੇ ਵੀ ਪ੍ਰਾਪਤ ਕਰਨੀਆਂ ਹੁਣ ਪ੍ਰਾਪਤ ਕਰ ਸਕਦੇ ਹੈ। ਸੋ ਆਓ ਆਪਾਂ ਗੁਰੂ ਚਰਨਾਂ ਨਾਲ ਜੁੜਦੇ ਹੋਏ ਮਹਾਂਪੁਰਖਾਂ ਕੋਲੋਂ ਬਚਨ ਬਿਲਾਸ ਸਰਵਣ ਕਰੀਏ ਤੇ ਨਾਲ ਹੀ ਆਪਾਂ ਸਾਰੇ ਹਾਜ਼ਰੀ ਲਵਾਉਂਦੇ ਹੋਏ ਆਓ 1 ਮਿੰਟ ਵਾਸਤੇ ਜਾਪ ਕਰੀਏ ਜੀ। ਵਾਹਿਗੁਰੂ 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 ਵਾਹਿਗੁਰੂ। ਆਓ ਆਪਾਂ ਸਤਿਗੁਰੂ ਜੀ ਦੀ ਰਹਿਮਤ ਸਦਕਾ ਸੰਤ ਬਾਬਾ ਸੇਵਾ ਸਿੰਘ ਜੀ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਾਲਿਆਂ ਪਾਸੋਂ ਗੁਰੂ ਚਰਨਾਂ ਨਾਲ ਜੁੜਨ ਵਾਸਤੇ ਬਚਨ ਬਿਲਾਸ ਸਰਵਣ ਕਰੀਏ ਜੀ। ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਣਵਤ ਨਾਨਕ ਤਿਨ ਕੀ ਸ਼ਰਣਾ ਜਨ ਤੂੰ ਨਾਹੀ ਵਿਸਰਿਆ ਪਰਣਵਤ ਨਾਨਕ ਤਿਨ ਕੀ ਸ਼ਰਣਾ ਜਨ ਤੂੰ ਨਾਹੀ ਵਿਸਰਿਆ ਜਿਉ ਬੁਲਾਵੈ ਤਿਉ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਦੇਨ ਦੁਨੀਆ ਦੇ ਵਾਲੀ ਤਖਤ ਚਬਰ ਛਤਰ ਦੇ ਮਾਲਕ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਵਿਰਾਜਮਾਨ ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤ ਜੀਓ। ਮੁੱਖ ਰਸਨਾ ਦੀ ਪਵਿੱਤਰਤਾ ਵਾਸਤੇ ਅਤੇ ਗੁਰਦੇਵ ਸਤਿਗੁਰਾਂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਣ ਵਾਸਤੇ ਆਪਾਂ ਸਾਰੇ ਫਤਿਹ ਦੀ ਸਾਂਝ ਪਾਈਏ। ਕੋਈ ਰਸਨਾ ਬਾਂਝੀ ਨਾ ਰਹੇ, ਉੱਤਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਆਪ ਸਮੂਹ ਸੰਗਤਾਂ ਧੰਨਤਾ ਦੇ ਯੋਗ ਹੋ, ਵਡਭਾਗੀ ਹੋ ਜੋ ਘਰਾਂ ਦੇ ਕੰਮਾਂ ਕਾਰਾਂ ਦਾ ਤਿਆਗ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰਨ ਵਾਸਤੇ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਏ ਜੁੜੇ ਹੋ। ਜਿੰਨਾ ਸਮਾਂ ਵੀ ਬੈਠ ਕੇ ਆਪ ਜੀ ਨੇ ਗੁਰੂ ਚਰਨਾਂ ਵਿੱਚ ਗੁਰੂ ਜਸ ਸਰਵਣ ਕੀਤਾ, ਉਹਨਾਂ ਸਮਾਂ ਸਾਡੇ ਸਾਰਿਆਂ ਦਾ
ਸਾਡੇ ਜੀਵਨ ਕਾਲ ਵਿੱਚੋਂ ਸਫਲਾ ਹੋਇਆ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਫਰਮਾਨ ਹੈ, ਸਾਈ ਘੜੀ ਵਿੱਚ ਲੇਖੇ ਦੇ, ਜੋ ਯਾਦ ਸਾਈਂ ਵਿੱਚ ਗੁਜਰੇ ਪੈਂਦੀ ਮੁਜਰੇ। ਵਡਭਾਗੀ ਹੋ ਆਪ ਜਿੱਥੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਛਰਨ ਵਿੱਚ ਬੈਠ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਲਵਾ ਕਰਨ ਦਾ ਇਸ ਸੁਭਾਗਾ ਸਮਾਂ ਪ੍ਰਾਪਤ ਹੋਇਆ। ਉੱਥੇ ਦਾਸ ਤੋਂ ਪਹਿਲਾਂ ਸਾਡੇ ਆਥੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਜਿਨ੍ਹਾਂ ਨੇ ਆਪਣੇ ਜੀਵਨ ਦਾ ਲਕਸ਼ ਵਿੱਚ ਦੁਨੀਆ ਸੇਵ ਕਮਾਈਆ, ਤਾਂ ਦਰਗਾਹ ਬੈਸਣ ਪਾਈਆ, ਕਹੋ ਨਾਨਕ ਵਾਹ ਲੁਡਾਈਆ ਨੂੰ ਆਪਣਾ ਆਦਰਸ਼ ਬਣਾ ਕੇ ਜਿੱਥੇ ਗੁਰੂ ਘਰਾਂ ਦੀ ਸੇਵਾ ਕੀਤੀ ਆ ਤੇ ਕਰ ਰਹੇ ਆ, ਉੱਥੇ ਵਾਤਾਵਰਨ ਨੂੰ ਸਵੱਛ ਕਰਨ ਵਾਸਤੇ ਦਰਖਤ ਲਾਉਣ ਦੀ ਸੇਵਾ ਉਹਨਾਂ ਨੇ ਆਪਣੇ ਮੋਢਿਆਂ 'ਤੇ ਚਾਈ ਆ। ਨਾਲ ਨਾਲ ਉੱਚ ਵਿਦਿਆ ਦੀ ਦਾਤ ਦੇਣ ਵਾਸਤੇ ਔਰ ਉੱਥੇ ਨਿਸ਼ਾਨੇ ਸਿੱਖੀ ਕਾਇਮ ਕੀਤਾ, ਉਹਨਾਂ ਦੇ ਵੀ ਆਪ ਜੀ ਨੇ ਦਰਸ਼ਨ ਕੀਤੇ ਆ। ਔਰ ਉਸ ਤੋਂ ਉਪਰੰਤ ਹੁਣੇ ਹੀ ਛੇਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਐਸੇ ਅਨੰਨ ਗੁਰਸਿੱਖ ਜਿਨ੍ਹਾਂ ਨੇ ਸਾਹਿਬਾਂ ਦੀ ਸੇਵਾ ਕਰਕੇ ਗੁਰਦੇਵ ਜੀ ਦੇ ਪਾਸੋਂ ਵਰ ਪ੍ਰਾਪਤ ਕੀਤਾ, ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਗੁਰੂ ਕੇ ਸੀਨੇ ਬਾਬਾ ਵਿਧੀ ਚੰਦ ਜੀ ਦੀ ਅੰਸ਼ ਵੰਸ਼ ਸੁਰ ਸਿੰਘ ਵਾਲੇ ਬਾਬਾ ਅਵਤਾਰ ਸਿੰਘ ਜੀ ਔਰ ਸੰਗਤ ਨੂੰ ਦਰਸ਼ਨ ਦੀਦਾਰੇ ਪ੍ਰਦਾਨ ਕਰ ਰਹੇ ਆ। ਉਹਨਾਂ ਪਾਸੋਂ ਵੀ ਆਪਾਂ ਨੇ ਬਚਨ ਸਰਵਣ ਕਰਨੇ ਆ। ਔਰ ਜੋ ਆਪ ਜੀ ਨੇ ਬੜਾ ਨਿਵੇਕਲਾ ਔਰ ਬਹੁਤ ਸੁਚੱਜਾ, ਬਹੁਤ ਸ੍ਰੇਸ਼ਟ ਇਹ ਉਦਮ ਕੀਤਾ ਕਿ ਸਮੂਹ ਭਗਤ ਸਾਹਿਬਾਨ ਜਿਨ੍ਹਾਂ ਦੀ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਦਰਜ ਹੈ, ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਰਹਿਣ ਸਵਾਈ ਕੀਰਤਨ ਦਾ ਆਯੋਜਨ ਕਰਨਾ ਕੀਤਾ। ਔਰ ਭਗਤ ਦਾ ਜੋ ਮਰਤਬਾ ਹੈ ਬਹੁਤ ਉੱਚਾ ਹੈ। ਔਰ ਆਪਾਂ ਪਹਿਲਾਂ ਖਡੂਰ ਸਾਹਿਬ ਜੀ ਦੇ ਜੋ ਅੰਗੀਠਾ ਸਾਹਿਬ ਦੇ ਕਥਾਵਾਚਕ ਤਿੰਨਾਂ ਨੇ ਆਪਾਂ ਨੂੰ ਦੱਸਣਾ ਕੀਤਾ ਸੀ ਕਿ ਭਗਤ ਉਹ ਬਣਦਾ ਹੈ ਜਿਹਦੇ ਵਿੱਚ ਤਿੰਨ ਗੁਣ ਪ੍ਰਵੇਸ਼ ਕਰ ਜਾਂਦੇ ਆ। ਭੱਬੇ ਤੋਂ ਅਰਥ ਲਿਆ ਸੀ ਭਾਵਨੀ, ਸ਼ਰਧਾ, ਪ੍ਰੇਮ। ਗੱਗੇ ਤੋਂ ਭਾਵ ਉਹਨਾਂ ਨੇ ਲਿਆ ਸੀ ਗਿਆਨ। ਗਿਆਨ ਇਹ ਨਹੀਂ, ਦੁਨਿਆਵੀ ਗਿਆਨ ਦੀ ਗੱਲ ਨਹੀਂ, ਜਿਨ੍ਹਾਂ ਨੇ ਬ੍ਰਹਮ ਗਿਆਨ ਨੂੰ ਪ੍ਰਾਪਤ ਕੀਤਾ। ਜਿਨ੍ਹਾਂ ਨੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲਿਆ, ਉੱਥੇ ਸੁਤੇ ਸਿੱਧੀ ਤਿਆਗ ਆ ਜਾਂਦਾ। ਤਿੰਨਾਂ ਅੱਖਰਾਂ ਦਾ ਸ਼ਬਦ ਭਗਤ, ਪਰਮਾਤਮਾ ਦੇ ਭਾਵਨੀ ਵਿੱਚ ਵਿਚਰਨਾ, ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨੀ। ਔਰ ਇਸ ਸੰਸਾਰ ਦੇ ਵਿੱਚ ਜਿਵੇਂ ਇੱਕ ਮਹਿਮਾਨ ਆਪਣਾ ਜੀਵਨ ਬਸਰ ਕਰਦਾ ਕਿਸੇ ਘਰ ਵਿੱਚ ਜਾ ਕੇ, ਇਸ ਪ੍ਰਕਾਰ ਸੰਸਾਰ ਵਿੱਚ ਆਪਣਾ ਜੀਵਨ ਬਤੀਤ ਕਰਨਾ। ਔਰ ਉਹਨਾਂ ਭਗਤਾਂ ਪ੍ਰਤੀ ਜਿਨ੍ਹਾਂ ਪ੍ਰਥਾਏ ਕੁਝ ਸਮਾਂ ਪਹਿਲਾਂ ਸਤਿਗੁਰਾਂ ਦੇ ਸਮੇਂ ਤੋਂ ਪਹਿਲਾਂ ਜਿਨ੍ਹਾਂ ਨੂੰ ਮੰਦਰਾਂ ਵਿੱਚ ਸ਼ੂਦਰ ਕਹਿ ਕੇ ਪ੍ਰਵੇਸ਼ ਨਹੀਂ ਸੀ ਕਰਨ ਦਿੱਤਾ ਜਾਂਦਾ, ਜਿਨ੍ਹਾਂ ਦੇ ਪਰਛਾਵੇਂ ਤੋਂ ਵੀ ਸਵਰਨ ਜਵਾਤੀ ਵਾਲੇ ਅਖੌਤੀ ਲੋਕ ਆਪਣੇ ਆਪ ਨੂੰ ਪਿੱਟਿਆ ਜਾਣਦੇ ਸਨ, ਪਰ ਧੰਨ ਗੁਰਦੇਵ ਸਤਿਗੁਰੂ ਨਾਨਕ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਏਡੀ ਵੱਡੀ ਬੁੱਕਲ, ਔਰ ਉਸ ਦੇ ਵਿੱਚ ਸਤਿਗੁਰਾਂ ਨੇ ਕਿਹਾ ਕਿ ਠੀਕ ਹੈ, ਤੁਹਾਨੂੰ ਮੰਦਰਾਂ ਵਿੱਚ ਥਾਂ ਨਹੀਂ ਦਿੱਤੀ, ਕਿਤੇ ਮਸਜਿਦ ਮੱਠਾਂ ਵਿੱਚ ਥਾਂ ਨਹੀਂ ਮਿਲੀ, ਧੱਕੇ ਮਾਰੇ ਗਏ। ਜਿਵੇਂ ਆਪ ਜੀ ਨੇ ਪਹਿਲਾਂ ਬਚਨ ਸਰਵਣ ਕੀਤਾ ਸੀ ਬਾਬਾ ਨਾਮਦੇਵ ਜੀ ਦਾ,
ਉਹਨਾਂ ਨੇ ਖੁਦ ਆਪਣੀ ਸਵਾਨੇ ਉਮਰੀ ਨਿਫਲਾ ਕੀਤੀ ਆ ਕਿ ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਭਗਤ ਨਾਮਦੇਵ ਜੀ ਬੜੀ ਖੁਸ਼ੀ ਦੇ ਨਾਲ ਦਿਉਰੇ ਵਿੱਚ ਗਏ। ਕੋਈ ਪਾਪ ਕਰਮ ਕਰਨ ਵਾਸਤੇ ਨਹੀਂ ਸੀ ਗਏ। ਕਿਸ ਵਾਸਤੇ ਗਏ ਸਨ? ਭਗਤ ਕਰਨ, ਪ੍ਰਮਾਤਮਾ ਦੀ ਭਗਤੀ ਕਰਨ ਵਾਸਤੇ। ਪਰ ਜਾਤ ਭਵਾਨੀਆਂ ਨੇ ਕੀ ਕੀਤਾ? ਉਹਨਾਂ ਦੇ ਨਾਲ ਸਲੂਕ। ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਉਠਾ ਦਿੱਤਾ। ਉਹਨਾਂ ਨੂੰ ਕੁਛ ਨਹੀਂ ਕਿਹਾ, ਕਿਉਂਕਿ ਬਹੁਤੇ ਸਨ, ਉਹਨਾਂ ਦਾ ਜ਼ੋਰ ਚੱਲਦਾ ਸੀ। ਆਪਣੇ ਮਾਲਕ ਦੇ ਨਾਲ ਜ਼ਰੂਰ ਗਿਲਾ ਕੀਤਾ। ਕਹਿੰਦੇ ਹੀਨੜੀ ਜਾਤ ਮੇਰੀ ਜਾਤ ਮਰਾਇਆ, ਛਿਪੇ ਕੇ ਜਨਮ ਮੋਕੋ ਕਾਹੇ ਕੋ ਆਇਆ। ਕਿ ਹੇ ਪ੍ਰਮਾਤਮਾ, ਤੂੰ ਮੈਨੂੰ ਇੰਨੀ ਨੀਵੀਂ ਜਾਤ ਵਿੱਚ ਜਨਮ ਦਿੱਤਾ, ਮੈਨੂੰ ਤੇਰੀ ਭਗਤੀ ਕਰਨ ਦਾ ਵੀ ਅਧਿਕਾਰ ਨੇ ਇਹਨਾਂ ਨੇ ਖੋਹ ਲਿਆ। ਪੇਸ਼ ਕੋਈ ਨਹੀਂ ਗਈ। ਕੀ ਕੀਤਾ? ਜਿਸ ਕੰਬਲੀ ਉੱਤੇ ਬੈਠ ਕੇ ਭਗਤੀ ਕਰਦੇ ਸਨ, ਲੈ ਕੰਬਲੀ ਚੱਲਿਓ ਪਲਟਾਏ, ਮੋਢੇ ਉੱਤੇ ਪਲਟਾ ਕੇ ਰੱਖ ਲਈ। ਔਰ ਜਿਸ ਪਾਸੇ ਮੰਦਰ ਦੀ ਪਿੱਠ ਸੀ, ਉਸ ਪਾਸੇ ਜਾ ਕੇ ਉਹ ਕੰਬਲੀ ਵਿਛਾ ਕੇ ਉੱਥੇ ਪ੍ਰਮਾਤਮਾ ਦੀ ਭਗਤੀ ਕਰਨ ਲੱਗ ਪਏ। ਲੈ ਕੰਬਲੀ ਚੱਲਿਓ ਪਲਟਾਏ, ਦੇਹਰੇ ਪਾਛੇ ਬੈਠਾ ਜਾਏ। ਇਸ ਭਜਨ ਦੇ ਵਿੱਚ, ਇਸ ਨਾਮ ਦੇ ਵਿੱਚ, ਪ੍ਰਮਾਤਮਾ ਦੀ ਬੰਦਗੀ ਵਿੱਚ, ਪ੍ਰਮਾਤਮਾ ਦੀ ਭਗਤੀ ਵਿੱਚ ਕਿੰਨੀ ਵੱਡੀ ਸ਼ਕਤੀ ਆ। ਕੀ ਹੋਇਆ? ਦੇਹਰੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਔਰ ਫੇਰ ਦਿਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਛਵਾਰਲਾ। ਅੱਜ ਵੀ ਕਿਸੇ ਨੇ ਜਾ ਕੇ ਦੇਖਣਾ ਹੋਵੇ, ਜਿਸ ਪਾਸੇ ਵੱਡਾ ਰਸਤਾ ਹੈ, ਸੜਕ ਹੈ, ਉਸ ਪਾਸੇ ਤੋਂ ਮੰਦਰ ਦਾ ਜੋ ਸਥੂਲ ਇੱਟਾਂ ਪੱਥਰਾਂ ਦਾ ਬਣਿਆ ਹੋਇਆ ਇੱਕ ਛੋਟੀ ਗਲੀ ਵਾਲੇ ਪਾਸੇ ਨੂੰ ਮੂੰਹ ਹੋਇਆ। ਨਰਸੀ ਬਾਹਮਣੀ ਵਿੱਚ ਜਾ ਕੇ ਦੇਖ ਲੈਣਾ। ਇਹ ਪ੍ਰਮਾਤਮਾ ਦੀ ਭਗਤੀ ਦੀ ਬਦੌਲਤ ਆਪਾਂ ਰੋਜ਼ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਇਹ ਕਾਹਦੀ ਬਰਕਤ ਹੈ? ਪ੍ਰਮਾਤਮਾ ਦੇ ਨਾਮ ਦੀ ਬਰਕਤ ਹੈ। ਔਰ ਜਿੰਨੇ ਵੀ ਭਗਤ ਜਨ ਹੋਏ ਆ, ਪ੍ਰਮਾਤਮਾ ਦੀ ਭਗਤੀ ਕਰਕੇ ਉਹਨਾਂ ਨੂੰ ਇਹ ਦਰਜਾ ਮਿਲਿਆ। ਜਦੋਂ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਦੇ ਹਾਂ, ਜਿੱਥੇ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੂੰ ਸਾਡਾ ਮਸਤਕ ਝੁਕਦਾ ਹੈ, ਉੱਥੇ 15 ਭਗਤਾਂ ਨੂੰ ਝੁਕਦਾ ਹੈ। 11 ਭੱਟ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਮੋਏ ਹੋਏ ਆ। 4 ਗੁਰੂ ਕੇ ਸਿੱਖ, ਔਰ ਇਸੇ ਪ੍ਰਕਾਰ ਸੱਤਾ ਜੀ, ਬਲਵੰਡ ਜੀ, ਸੁੰਦਰ ਜੀ, ਮਰਦਾਨਾ ਜੀ, 4 ਜਿਨ੍ਹਾਂ ਨੇ ਸਿੱਖੀ ਸਿੱਖਿਆ, ਗੁਰ ਵਿਚਾਰ ਦੀ ਕਾਰ ਕੀਤੀ। ਉਹਨਾਂ ਨੂੰ ਵੀ ਸਤਿਗੁਰਾਂ ਨੇ ਆਪਣੇ ਬਰਾਬਰ ਥਾਂ ਦਿੱਤਾ। ਊਚ ਨੀਚ ਦਾ ਭਰਮ ਭੇਦ ਸਭ ਕੁਝ ਮਿਟਾ ਦਿੱਤਾ। ਤਾਂ ਤੇ ਇਸੇ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਅੰਦਰ ਕੁਛ ਕੁ ਭਗਤਾਂ ਦਾ ਜ਼ਿਕਰ ਕੀਤਾ ਕਿ ਆ ਸੰਸਾਰ ਦੇ ਲੋਕੋ ਦੇਖੋ, ਅਖੌਤੀ ਨੀਵੀਆਂ ਜਾਤਾਂ ਵਿੱਚ ਇਹ ਜਨਮ ਲੈਣਾ ਕੀਤਾ, ਪਰ ਪ੍ਰਮਾਤਮਾ ਦੀ ਬੰਦਗੀ ਕੀਤੀ ਆ। ਔਰ ਇੱਕ ਕੌਡੀ ਦਾ ਲੋਕ ਜਿਹਨੂੰ ਸਮਝਦੇ ਸਨ ਨਾਮਦੇਵ, ਉਹ ਨਾਮ ਜਪ ਕੇ ਪ੍ਰਮਾਤਮਾ ਦੀ ਬੰਦਗੀ ਕਰਕੇ ਲੱਖਾਂ ਦਾ ਬਣ ਗਿਆ। ਅੱਜ ਤੱਕ ਲੋਕ ਜੋਹਾਰਾਂ ਕਰਦੇ ਆ, ਜਦ ਤੱਕ ਸੰਸਾਰ ਰਹਿਣਾ, ਜਿੱਥੇ ਆਪਾਂ ਸਤਿਗੁਰਾਂ ਨੂੰ ਨਮਸਕਾਰ ਕਰਨੀ ਆ, ਉੱਥੇ ਬਾਬਾ ਨਾਮਦੇਵ ਜੀ, ਬਾਬਾ ਕਬੀਰ ਜੀ, ਭਗਤ ਰਵਿਦਾਸ ਜੀ, ਔਰ ਇਸੇ ਪ੍ਰਕਾਰ ਭਗਤ ਸਧਨਾ ਸੈਣ ਜੀ, ਔਰ ਜਿਵੇਂ ਆਪ ਜੀ ਨੇ ਹੁਣੇ ਸਰਵਣ ਕੀਤੇ ਆ, ਭਗਤ ਪੀਪਾ ਜੀ, ਭਗਤ ਰਾਮਾਨੰਦ ਜੀ,
ਇਹ ਤਾਦਕ ਜਿੰਨੇ ਵੀ 15 ਭਗਤ ਆ ਉਹਨਾਂ ਨੂੰ ਨਮਸਕਾਰ ਕਰਨੀ ਆ ਤੇ ਕਰਦੇ ਆ। ਕਾਰਨ ਕੀ ਹੈ? ਗੁਰੂ ਅਰਜਨ ਦੇਵ ਜੀ ਨੇ ਦਰਸਾਉਣਾ ਕੀਤਾ। ਸਤਿਗੁਰੂ ਗਰੀਬ ਨਵਾਜ ਆਸਾ ਰਾਗ ਵਿੱਚ ਫਰਮਾਨ ਕਰਦੇ ਆ। ਉਹਨਾਂ ਦਾ ਫਰਮਾਨ ਹੈ, ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਦ ਦਾਮ ਕੋ ਛੀਪਰੋ ਹੋਇਓ ਲਾਖੀਣਾ। ਬੁਨਣਾ ਤਰਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾਂ ਜੋ ਲਹਰਾ ਭਇਓ ਗੁਣੀ ਗਹੀਰਾ। ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਣ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹ ਵਿਦ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬੜ ਭਾਗਾ। ਜੇ ਆਪਾਂ ਉਸ ਸਮੇਂ ਦੇ ਦੇਖੀਏ, ਕਿੰਨੇ ਉਸ ਸਮੇਂ ਦੇ ਰਵਿਦਾਸ ਜਾਤੀ ਦੇ ਨਾਲ ਸੰਬੰਧ ਰੱਖਣ ਵਾਲੇ ਢੋਲ ਢੋਣ ਵਾਲੇ ਹੋ ਕੇ ਚੱਲ ਗਏ, ਕੁਝ ਨਹੀਂ ਜਾਣਦਾ। ਕਿੰਨੇ ਜੱਟ ਜ਼ਿਮੀਂਦਾਰ ਹੋ ਕੇ ਚੱਲ ਗਏ, ਕੋਈ ਨਹੀਂ ਜਾਣਦਾ। ਕਿੰਨੇ ਇਸੇ ਪ੍ਰਕਾਰ ਨਾਈ ਜਾਤ ਦੇ ਨਾਲ ਸੰਬੰਧ ਰੱਖਣ ਵਾਲੇ ਬੁੱਤੀਆਂ ਕਰਦੇ ਤੁਰ ਗਏ, ਕੋਈ ਨਹੀਂ ਜਾਣਦਾ। ਪਰ ਜਦੋਂ ਆਪਾਂ ਭਾਈ ਗੁਰਦਾਸ ਜੀ ਨੂੰ ਵੀ ਪੁੱਛਦੇ ਹਾਂ ਤੇ ਭਾਈ ਗੁਰਦਾਸ ਜੀ ਵੀ ਪੁਕਾਰ ਕੇ ਕਹਿੰਦੇ ਆ ਕਿ ਨਾਮ ਦੇ ਵਿੱਚ ਬ੍ਰਹਮਾ ਭਗਤੀ ਵਿੱਚ ਏਡੀ ਵੱਡੀ ਵਡਿਆਈ ਆ। ਕਹਿੰਦੇ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ। ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ। ਆਏ ਸੰਤ ਪਰੌਣੇ ਹੋਆ ਕੀਰਤਨ ਰਹਿਣ ਸਵਾਈ। ਛੱਡ ਨ ਸਕੈ ਸੰਤ ਜਨ ਰਾਜ ਦੁਆਰ ਨ ਸੇਵ ਕਮਾਈ। ਸੈਣ ਰੂਪ ਹਰ ਜਾਏ ਕੇ ਆਇਆ ਰਾਣੇ ਨੂੰ ਰੀਝਾਈ। ਸੰਤ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਰੀ। ਦੂਰੋਂ ਰਾਣੇ ਸੱਦ ਕੇ ਗਲੋਂ ਕਵਾਏ ਖੋਲ ਪੈ ਨਾਈ। ਕਵਾਏ ਦਾ ਭਾਵ ਸ਼ਾਹੀ ਪੁਸ਼ਾਕ। ਕਹਿੰਦੇ ਵਸ ਕੀਤਾ ਹੁਣ ਤੁਧ ਅੱਜ ਬੋਲੇ ਰਾਜਾ ਸੁਣੇ ਲੁਕਾਈ। ਪ੍ਰਗਟ ਕਰੇ ਭਗਤ ਵਡਿਆਈ। ਜਿਹੜਾ ਵੀ ਸੰਸਾਰ ਦੇ ਵਿੱਚ ਪ੍ਰਮਾਤਮਾ ਦੀ ਭਗਤੀ ਕਰਦਾ, ਪ੍ਰਮਾਤਮਾ ਅੰਗ ਸੰਗ ਹੋ ਕਰਕੇ ਜਿੱਥੇ ਹਰ ਆਰਾਧੀਏ ਤਿੱਥੇ ਹਰ ਮਿਤ ਸਹਾਈ ਹੁੰਦਾ। ਤਾਂ ਤੇ ਇਹ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਰੂਪ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕਰਕੇ ਆਪਣੀ ਹਾਜ਼ਰੀ ਵਿੱਚ ਸਾਨੂੰ ਪ੍ਰਦਾਨ ਕੀਤਾ। ਉਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਜੀ ਨੇ ਮਾਲਵੇ ਦੀ ਧਰਤੀ ਦਮਦਮਾ ਸਾਹਿਬ ਉੱਤੇ ਬੈਠ ਕੇ, ਜਿਹਨੂੰ ਆਪਾਂ ਦਮਦਮੀ ਬੀੜ ਕਹਿੰਦੇ ਆ, ਨੌਵੇਂ ਪਾਤਸ਼ਾਹ ਜੀ ਦੇ ਸ਼ਲੋਕ ਬਾਣੀ ਰਚ ਕੇ ਉਸ ਨੂੰ ਭਾਈ ਮਨੀ ਸਿੰਘ ਹੋਰਾਂ ਦੇ ਦਸਤੇ ਮੁਬਾਰਕ ਦੇ ਨਾਲ ਲਿਖਵਾ ਕੇ ਸੰਪੂਰਨਤਾ ਪ੍ਰਦਾਨ ਕਰਕੇ ਉਸ ਨੂੰ ਗੁਰਤਾ ਗੱਦੀ ਦਿੱਤੀ ਤੇ ਨਾਲ ਹੁਕਮ ਕਰ ਦਿੱਤਾ, ਅੱਜ ਤੋਂ ਲੈ ਕੇ ਐ ਗੁਰੂ ਕੇ ਸਿੱਖੋ ਦੇਹ ਧਾਰੀ ਪਰੰਪਰਾ ਖਤਮ। ਦੇਹ ਧਾਰੀ ਦੇ ਕਦੀ ਵੀ ਗੁਰੂ ਨਹੀਂ ਹੋ ਸਕਦਾ। ਔਰ ਆਪਾਂ ਦੇਖਦੇ ਹਾਂ ਕਲਗੀਧਰ ਪਾਤਸ਼ਾਹ ਜੀ ਨੇ ਖੁਦ ਕਹਿ ਦਿੱਤਾ, ਗਿਆਨ ਗੁਰੂ ਆਤਮ ਉਪਦੇਸੋ ਨਾਮ ਭਭੂਤ ਲਗਾਓ। ਦੇਹ ਤਾਂ ਇੱਕ ਵਸੀਲਾ ਹੈ। ਕਈ ਵਾਰੀ ਆਪਾਂ ਵਸੀਲੇ ਦੇ ਨਾਲ ਚਿੰਬੜ ਜਾਂਦੇ ਆ। ਜੋ ਵਸੀਲੇ ਨਾਲ ਚਿੰਬੜਿਆ ਉਸ ਨੂੰ ਕੁਛ ਵੀ ਪ੍ਰਾਪਤ ਨਹੀਂ ਹੋਇਆ। ਪ੍ਰਤੱਖ ਸਤਿਗੁਰਾਂ ਨੇ ਬਾਣੀ ਵਿੱਚ ਫਰਮਾਨ ਕੀਤਾ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਪਰ ਨਾਲ ਨਿਰਣਾ ਕਰ ਦਿੱਤਾ, ਡਿੱਠਾ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਦੇਖਿਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੇਅੰਤ ਲੋਕਾਂ ਨੇ ਆ, ਸਾਰਾ ਸੰਸਾਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਲੁਕਾਈ ਦੇ ਭਲੇ ਵਾਸਤੇ ਗਹੁਣਾ ਕੀਤਾ। ਪਰ ਜਿਨ੍ਹਾਂ ਨੇ ਨਿਰਾ ਅੱਖਾਂ ਦੇ ਨਾਲ ਦੇਖਿਆ,
ਉਹਨਾਂ ਦੇ ਵਚਨਾਂ ਉੱਤੇ ਭਰੋਸਾ ਨਹੀਂ ਕੀਤਾ। ਉਹਨਾਂ ਨੇ ਕਹਿ ਦਿੱਤਾ ਇਹਨੂੰ ਭੂਤ ਨੇ ਚਿੰਬੜੇ ਹੋਏ ਆ, ਇਹਨੂੰ ਬਤਾਲ ਚਿੰਬੜਿਆ ਹੋਇਆ। ਆਪ ਖੁਦ ਲਿਖਿਆ ਸਤਿਗੁਰਾਂ ਨੇ, ਕੋਈ ਆਖੇ ਭੂਤਨਾ ਕੋ ਕਹਾ ਵਿਚਾਰਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਜਿਨ੍ਹਾਂ ਨੇ ਦੇਖਿਆ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ, ਖੈਰ ਜੱਟਾਂ ਨੇ ਕਹਿ ਦਿੱਤਾ ਜਾਂ ਤਾਂ ਮੀਂਹ ਭਰਾਓ, ਨਹੀਂ ਤਾਂ ਸਾਡਾ ਨਗਰ ਛੱਡ ਕੇ ਇਸ ਸਾਡੇ ਨਗਰ ਚੋਂ ਬਾਹਰ ਤੁਰ ਜਾਓ। ਸਤਿਗੁਰਾਂ ਨੇ ਕਹਿ ਦਿੱਤਾ ਭਾਈ ਕੁਦਰਤ ਵਿੱਚ ਦਖਲ ਨਹੀਂ ਦਿੱਤਾ ਜਾ ਸਕਦਾ, ਮੀਂਹ ਭਰਾਉਣਾ ਪ੍ਰਮਾਤਮਾ ਦੇ ਵੱਸ ਵਿੱਚ ਹੈ। ਹਾਂ, ਮੇਰੇ ਵੱਸ ਜਿਹੜੀ ਵਿੱਚ ਗੱਲ ਹੈ ਉਹ ਮੈਂ ਕਰ ਸਕਦਾ, ਮੈਂ ਤੁਹਾਡਾ ਨਗਰ ਛੱਡ ਸਕਦਾ। ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਛੱਡ ਕੇ ਖਾਨ ਛਾਪਰੀ ਚਲੇ ਗਏ। ਮੀਂਹ ਫੇਰ ਵੀ ਨਾ ਵਰਿਆ, ਆਪ ਸਾਰਿਆਂ ਨੂੰ ਪਤਾ। ਕਹਿਣ ਤੋਂ ਭਾਵ ਜਿਨ੍ਹਾਂ ਨੇ ਦੇਖਿਆ ਔਰ ਗੁਰੂ ਦੇ ਬਚਨਾਂ ਉੱਤੇ ਭਰੋਸਾ ਨਹੀਂ ਕੀਤਾ, ਭਾਵਨੀ ਨਹੀਂ ਕੀਤੀ, ਉਹਨਾਂ ਨੂੰ ਕੁਝ ਪ੍ਰਾਪਤ ਨਹੀਂ ਹੋਇਆ। ਮਰਵਾਹੇ ਗੁਰੂ ਅੰਗਦ ਦੇਵ ਜੀ ਦੇ ਨਾਲ ਕਿਵੇਂ ਈਰਖਾ ਕਰਦੇ ਰਹੇ, ਗਾਗਰਾਂ ਭੰਨਦੇ ਰਹੇ। ਸਤਿਗੁਰਾਂ ਨੇ ਚਰਸ ਲੈ ਦਿੱਤੇ, ਮਸ਼ਕਾਂ ਲੈ ਦਿੱਤੀਆਂ, ਤੀਰਾਂ ਦੇ ਨਾਲ ਵਹਿੰਦੇ ਰਹੇ, ਅਨੇਕ ਪ੍ਰਕਾਰ ਦਾ ਪੱਧਰ ਕਰਦੇ ਰਹੇ। ਅਗਾਂਹ ਸਾਰੇ ਸਤਿਗੁਰਾਂ ਦਾ ਇਤਿਹਾਸ ਪੜ੍ਹੀਏ, ਚੰਦੂ ਵੀ ਦੇਖਦਾ ਸੀ, ਪਰਤਤੀ ਤਵੀ ਉੱਤੇ ਬਿਠਾਉਣ ਦਾ ਭਾਈਵਾਲ ਸੀ। ਇਸੇ ਪ੍ਰਕਾਰ 10ਵੇਂ ਪਾਤਸ਼ਾਹ ਤੱਕ ਇਤਿਹਾਸ ਸਾਡੇ ਸਾਹਮਣੇ ਹੈ। ਪਰ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਸਤ ਕਰਕੇ ਮੰਨਣਾ ਕੀਤਾ, ਉਹਨਾਂ ਦਾ ਪਾਰ ਉਤਾਰਾ ਨਿਸਤਾਰਾ ਹੋ ਗਿਆ। ਤਾਦੀ ਗੁਰਦੇਵ ਸਤਿਗੁਰਾਂ ਨੇ ਸਾਨੂੰ ਇਹ ਜੋ ਗੁਰੂ ਦਾ ਗਿਆਨ ਗੁਰੂ ਗ੍ਰੰਥ ਸਾਹਿਬ ਵਿੱਚ ਦੇਣਾ ਕੀਤਾ, ਇਹਦਾ ਸੰਸਾਰ ਵਿੱਚ ਕੋਈ ਸਾਨੀ ਨਹੀਂ। ਔਰ ਮੈਂ ਇੱਥੇ 1 ਮਿੰਟ ਇੱਕ ਪਾਸੇ ਨੂੰ ਨਿਕਲਾਂ। ਜੇ ਮੈਂ ਕਹਾਂ ਜਾਂ ਤੁਸੀਂ ਸਿੱਖ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ ਕਹੋ, ਸ਼ਾਇਦ ਅਤ ਕਥਨੀ ਸਾਨੂੰ ਮਹਿਸੂਸ ਹੋਵੇ, ਕਿਉਂਕਿ ਹਰ ਮਨੁੱਖ ਜਿਸ ਧਰਮ ਦਾ ਧਾਰਨੀ ਹੁੰਦਾ ਆਪਣੇ ਧਰਮ ਨੂੰ ਸ੍ਰੇਸ਼ਟ ਤੇ ਚੰਗਾ ਗਿਣਦਾ। ਪਰ ਗੱਲ ਤਦੋਂ ਸਹੀ ਹੁੰਦੀ ਹੈ, ਨਿਰਣਾ ਤਦੋਂ ਉਸ ਦਾ ਪਤਾ ਲੱਗਦਾ ਕਿ ਸੱਚਾਈ ਕੀ ਹੈ, ਜਦੋਂ ਅਨਮਤ ਦੇ ਲੋਕ ਜਿਹੜੇ ਆ ਉਹ ਉਸ ਧਰਮ ਨੂੰ ਜਾਂ ਧਰਮ ਗ੍ਰੰਥ ਨੂੰ ਚੰਗਾ ਕਹਿਣ ਜਿਹਦੇ ਉਹ ਧਾਰਨੀ ਨਾ ਹੋਣ, ਜਿਹਦੇ ਉਹ ਪੈਰੋਕਾਰ ਨਾ ਹੋਣ। ਸਾਡੇ ਪੁਰਖਿਆਂ ਨੇ 1899 ਜਿਸ ਵੇਲੇ ਅੰਗਰੇਜ਼ਾਂ ਦਾ ਰਾਜ ਸੀ, 300 ਸਾਲਾ ਖਾਲਸਾ ਪ੍ਰਗਟ ਦਿਵਸ ਮਨਾਉਣਾ ਕੀਤਾ। ਤਾਂ ਤੇ ਜਿਵੇਂ ਆਪ ਜੀ ਹੁਣ 1999 ਵਿੱਚ ਮਨਾ ਕੇ ਹਟੇ ਹੋ, ਆਪੋ ਵਿੱਚ ਹੀ ਸਿੰਘਾਂ ਦੀ ਵਿਚਾਰ ਹੋਈ ਉਸ ਵੇਲੇ, ਜਿਹੜੇ ਸਿਰ ਕਰਦਾ ਸਨ ਕਿ ਆਪਾਂ ਮੁੱਖ ਮਹਿਮਾਨ ਦੇ ਤੌਰ ਤੇ ਕਿਸ ਨੂੰ ਸਦੀਏ, ਤੇ ਨਾਮ ਚੁਣਿਆ ਗਿਆ ਮੈਕਾਲਫ ਦਾ, ਮਿਸਟਰ ਮੈਕਾਲਫ ਦਾ। ਕਿਉਂ ਚੁਣਿਆ ਗਿਆ? ਕਿਉਂਕਿ ਮਿਸਟਰ ਮੈਕਾਲਫ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਟੀਕਾ ਵੀ ਕੀਤਾ, ਸਟੱਡੀ ਵੀ ਕੀਤੀ, ਔਰ ਸਿੱਖ ਹਿਸਟਰੀ ਨੂੰ ਪੜ੍ਹਿਆ ਵੀ, ਗੁਰੂ ਸਾਹਿਬਾਂ ਦਾ ਇਤਿਹਾਸ ਵੀ ਲਿਖਿਆ ਕਿ ਬਹੁਤ ਦਾਨਾ ਬੰਦਾ, ਸਿਆਣਾ ਬੰਦਾ। ਔਰ ਜਦੋਂ ਉਹ ਅਕਾਲ ਤਖਤ ਸਾਹਿਬ ਬੁੰਗੇ, ਅਕਾਲ ਬੁੰਗੇ ਉੱਤੇ ਆਇਆ, ਉਸ ਨੂੰ ਬਣਦਾ ਮਾਨ ਸਨਮਾਨ ਦਿੱਤਾ। ਉਸ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਜੋ ਸ਼ਬਦ ਕਹਿਣਾ ਕੀਤੇ ਆ, ਸਾਨੂੰ ਹਰ ਗੁਰਸਿੱਖ ਨੂੰ ਯਾਦ ਰੱਖਣ ਯੋਗ ਹਨ। ਔਰ ਇਹ ਜਿਹੜੇ ਸ਼ਬਦ ਹੈ ਜੋ ਉਸ ਨੇ ਲੈਕਚਰ ਦੇਣਾ ਕੀਤਾ, ਭਾਈ ਵੀਰ ਸਿੰਘ ਹੋਰਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਟੀਕਾ ਕੀਤਾ, ਸੰਥਿਆ ਪੋਥੀਆਂ ਦੇ ਰੂਪ ਵਿੱਚ, ਉਹਦੀ ਭੂਮਿਕਾ ਦੇ ਵਿੱਚ ਭਾਈ ਸਾਹਿਬ ਜੀ ਦੇ ਭਰਾਤਾ ਡਾਕਟਰ ਬਲਬੀਰ ਸਿੰਘ ਹੋਰਾਂ ਨੇ ਅੰਕਿਤ ਕੀਤਾ। ਤਾਂ ਤੇ ਜਿੱਥੇ ਉਸ ਨੇ ਫਤਿਹ ਬੁਲਾਈ ਸਾਰੇ ਖਾਲਸਾ ਨੂੰ, ਨਾਲ ਖਾਲਸਾ ਪੰਥ ਦੇ ਪ੍ਰਗਟ ਦਿਵਸ ਤੇ ਖਾਲਸੇ ਨੂੰ ਵਧਾਈ ਦਿੱਤੀ, ਉੱਥੇ ਮੈਕਾਲਫ ਨੇ ਇਹ ਸ਼ਬਦ ਕਹਿਣਾ ਕੀਤੇ, ਤੁਸੀਂ ਗੁਰੂ ਕੇ ਸਿੱਖੋ, ਧੰਨਤਾ ਦੇ ਯੋਗ ਹੋ। ਨਾਲ ਹੀ ਕੁਐਸਚਨ ਰੋਕ ਕੇ ਕਹਿਣ ਲੱਗਾ, ਤੁਸੀਂ ਪੁੱਛੋਗੇ ਮੈਂ ਤੁਹਾਨੂੰ ਧੰਨਤਾ ਦੇ ਯੋਗ ਕਿਉਂ ਕਹਿਣਾ ਕੀਤਾ? ਕਹਿੰਦੇ ਤੁਹਾਡੇ ਪਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਐਸਾ ਇੱਕ ਵਾਹਿਦ ਸਰੂਪ ਹੈ ਜੋ ਕਿਸੇ ਵੀ ਕੌਮ ਦੇ ਕੋਲ ਨਹੀਂ। ਤੁਸੀਂ ਪੁੱਛੋਗੇ ਕਿਉਂ? ਤਾਂ ਤੇ ਉਸ ਨੇ ਅੱਗੇ ਗੱਲ ਕੀਤੀ, ਜਦ ਤੋਂ ਸੰਸਾਰ ਵਿੱਚ ਅਧਿਆਤਮਕ ਪੁਰਸ਼ਾਂ ਦੀ ਆਮਦ ਹੋਈ,
ਕਹਿੰਦੇ ਤੁਹਾਡੇ ਵਿੱਚੋਂ ਕਈਆਂ ਨੇ ਫੀਥਾਗੋਰਸ ਦਾ ਨਾਮ ਸੁਣਿਆ ਹੋਵੇਗਾ। ਕਹਿਣ ਲੱਗੇ ਫੀਥਾਗੋਰਸ ਹੋਇਆ ਯੂਨਾਨ ਦੇਸ਼ ਦੇ ਵਿੱਚ, ਔਰ ਉਹ ਕਹਿੰਦਾ ਸੀ ਮੈਂ ਐਨਲਾਈਟਡ ਹੁੰਦਾ ਹਾਂ, ਭਾਵ ਮੈਨੂੰ ਪ੍ਰਮਾਤਮਾ ਵੱਲੋਂ ਰੋਸ਼ਨੀ ਮਿਲਦੀ ਆ, ਅਗਵਾਈ ਮਿਲਦੀ ਆ, ਉਹ ਸੰਸਾਰ ਮੈਂ ਚੱਲਦਾ। ਜੋ ਮੇਰੇ ਅਨੁਯਾਈ ਆ, ਚੇਲੇ ਆ, ਫੋਲੋਵਰਸ ਆ, ਪੈਰੋਕਾਰ ਆ, ਉਹਨਾਂ ਨੂੰ ਮੈਂ ਉਸ ਰਸਤੇ ਤੇ ਚੱਲਣ ਵਾਸਤੇ ਪ੍ਰੇਰਿਤ ਕਰਦਾ। ਪਰ ਮੈਲਕਾਲਫ ਕਹਿੰਦਾ ਉਸਨੇ ਆਪਣੇ ਜੀਵਨ ਕਾਲ ਵਿੱਚ ਉਸ ਨੂੰ ਕੀ ਅਨੁਭਵ ਹੋਇਆ, ਕੀ ਉਸ ਨੂੰ ਆਕਾਸ਼ਬਾਣ ਹੋਈ, ਇੱਕ ਸਤਰ ਵੀ ਉਸਨੇ ਆਪਣੇ ਜੀਵਨ ਕਾਲ ਵਿੱਚ ਨਹੀਂ ਲਿਖੀ, ਜਿਸ ਨੂੰ ਸਾਨੂੰ ਵੀ ਪਤਾ ਲੱਗਦਾ ਕਿ ਫੀਥਾਗੋਰਸ ਦਾ ਆਹ ਸਿਧਾਂਤ ਸੀ। ਔਰ ਉਸਨੇ ਅੱਗੇ ਲਿਖਿਆ, ਉਸ ਤੋਂ ਬਾਅਦ ਯੂਨਾਨ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਮਹਾਤਮਾ ਹੋਇਆ ਸੁਕਰਾਤ। ਸੁਕਰਾਤ ਵੀ ਇਹ ਦਾਅਵਾ ਕਰਦਾ ਸੀ ਕਿ ਮੈਨੂੰ ਵੀ ਪ੍ਰਮਾਤਮਾ ਵੱਲੋਂ ਅਗਵਾਈ ਮਿਲਦੀ ਆ, ਉਸ ਅਨੁਭਵ ਦੁਆਰਾ ਮੈਂ ਆਪ ਚੱਲਦਾ ਅਤੇ ਲੋਕਾਂ ਨੂੰ ਚੱਲਣ ਵਾਸਤੇ ਪ੍ਰੇਰਿਤ ਕਰਦਾ। ਪਰ ਸੁਕਰਾਤ ਨੇ ਵੀ ਆਪਣੇ ਜੀਵਨ ਕਾਲ ਵਿੱਚ ਇੱਕ ਅੱਖਰ ਮਾਤਰ ਸਿਆਹੀ ਦੇ ਨਾਲ ਨਹੀਂ ਲਿਖ ਕੇ ਪਿੱਛੇ ਛੱਡਿਆ, ਜਿਸ ਤੋਂ ਉਸ ਦੇ ਸਿਧਾਂਤਾਂ ਦਾ ਜਾਂ ਉਸ ਨੂੰ ਜੋ ਅਨੁਭਵ ਹੋਇਆ ਉਹਦਾ ਪਤਾ ਦੁਨੀਆ ਨੂੰ ਲੱਗ ਜਾਂਦਾ। ਜੋ ਸੁਕਰਾਤ ਦੀਆਂ ਸਿੱਖਿਆਵਾਂ ਇਸ ਵੇਲੇ ਪ੍ਰਚਲਿਤ ਹਨ, ਉਹਨਾਂ ਦਾ ਚੇਲਾ ਅਫਲਾਤੂਨ ਹੋਇਆ, ਉਹਦੇ ਰਾਹੀਂ ਸੀਨਾ ਬਸੀਨਾ ਜੋ ਚੱਲੀਆਂ, ਉਸ ਦੁਆਰਾ ਲੋਕਾਂ ਨੂੰ ਸੁਕਰਾਤ ਦੇ ਸਿਧਾਂਤਾਂ ਦਾ ਕੁਝ ਪਤਾ ਹੈ। ਕਿੰਨਾ ਵਾਧਾ ਹੋਇਆ, ਕਿੰਨਾ ਘਾਟਾ ਹੋਇਆ, ਕੋਈ ਪਤਾ ਨਹੀਂ। ਉਸ ਤੋਂ ਬਾਅਦ ਫਿਰ ਮੈਕਾਲਫ ਨੇ ਮਹਾਤਮਾ ਬੁੱਧ ਦੀ ਗੱਲ ਕਰਨਾ ਕੀਤੀ ਕਿ ਈਸਾ ਜੀ ਤੋਂ ਪਹਿਲਾਂ 500 ਸਾਲ ਹੋਏ ਆ। ਮਹਾਤਮਾ ਬੁੱਧ ਜੀ ਵੀ ਦਾਅਵਾ ਕਰਦੇ ਸਨ ਕਿ ਮੈਨੂੰ ਬੋਧ ਹੋਇਆ। ਬੋਧ ਦਾ ਭਾਵ ਗਿਆਨ। ਬੁੱਧ ਗਿਆ ਵਿੱਚ ਉਹ ਬਿਰਸ਼ ਅਜੇ ਤੱਕ ਪਿੱਪਲ ਦਾ, ਜਿਹਦੇ ਹੇਠਾਂ ਮਹਾਤਮਾ ਬੁੱਧ ਨੂੰ ਗਿਆਨ ਹੋਇਆ। ਬੁੱਧ ਗਿਆ ਇਸ ਕਰਕੇ ਕਿਹਾ ਜਾਂਦਾ ਉਸ ਨੂੰ ਜਿੱਥੇ ਗਿਆਨ ਹੋਇਆ। ਪਰ ਮਹਾਤਮਾ ਬੁੱਧ ਜੀ ਨੂੰ ਕੀ ਗਿਆਨ ਹੋਇਆ, ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਨਾ ਲਿਖਿਆ ਨਾ ਲਿਖਵਾਇਆ। ਮਹਾਤਮਾ ਜੀ ਦੇ ਚਲਾਣਾ ਕਰਨ ਤੋਂ 300 ਸਾਲ ਬਾਅਦ ਬੁੱਧ ਧਰਮ ਦੇ ਗ੍ਰੰਥ ਜਿਹੜੇ ਸਨ ਉਹ ਸੰਪਾਦਿਤ ਕੀਤੇ ਗਏ। 300 ਸਾਲ ਦੇ ਵਿੱਚ ਕਿੰਨਾ ਉਹਨਾਂ ਵਿੱਚ ਵਾਧਾ ਘਾਟਾ ਹੋਇਆ। ਇੱਕ ਦੀ ਸਿਮਰਤੀ ਵਿੱਚੋਂ ਦੂਜੀ ਦੇ ਸਿਮਰਤੀ ਵਿੱਚ ਜਾਂਦਿਆਂ ਕਿੰਨਾ ਘਾਟਾ ਹੋਇਆ, ਕੋਈ ਪਤਾ ਨਹੀਂ। ਉਹਨਾਂ ਸਾਰਿਆਂ ਨੂੰ ਬੁੱਧ ਜੀ ਦਾ ਗਿਆਨ ਨਹੀਂ ਕਿਹਾ ਜਾ ਸਕਦਾ। ਇਸੇ ਪ੍ਰਕਾਰ ਜੈਨ ਮਤ ਦੇ ਜਿਹੜੇ ਗ੍ਰੰਥ ਹੈ, ਜੈਨ ਮੁਨੀ ਜੀ ਦੇ ਇਸ ਸੰਸਾਰ ਤੋਂ ਚਲਾਣਾ ਕਰਨ ਤੋਂ 900 ਸਾਲ ਬਾਅਦ ਸੰਕਲਿਤ ਕੀਤੇ ਗਏ। ਇਸੇ ਪ੍ਰਕਾਰ ਮੈਕਾਲਫ ਨੇ ਕਹਿਣਾ ਕੀਤਾ ਬੁੱਧ ਜੀ ਤੋਂ 500 ਸਾਲ ਬਾਅਦ ਫਿਰ ਈਸਾ ਜੀ ਹੋਏ ਆ ਪੱਛਮੀ ਦੇਸ਼ ਵਿੱਚ, ਔਰ ਉਹਨਾਂ ਨੇ ਵੀ ਆਪਣੇ ਜੀਵਨ ਕਾਲ ਵਿੱਚ ਕੋਈ ਅੱਖਰ ਨਹੀਂ ਲਿਖਣਾ ਕੀਤਾ। ਉਹਨਾਂ ਦੀਆਂ ਜੋ ਸਿੱਖਿਆਵਾਂ ਹਨ ਅੰਜੀਲ ਨਾਮੀ ਪੋਥੀ ਤੋਂ ਅਗਾਂਹ ਉਹਦੇ ਵਿੱਚ ਵਾਧਾ ਘਾਟਾ ਕਰਕੇ ਬਾਈਬਲ ਬਣਾਈ ਗਈ ਆ। ਪਰ ਸੰਸਾਰ ਦੇ ਵਿੱਚ ਇੱਕੋ ਇੱਕ ਗਾਂ ਮੈਂ ਲੰਬਾ ਨਾ ਕਰਾਂ, ਔਰ ਰਿਗਵੇਦ, ਸਾਮਵੇਦ, ਅਥਰਵਣ ਵੇਦ, ਇਹ ਸਾਰੇ ਜਿੰਨੇ ਵੀ ਵੇਦ ਹੈ ਕਿਸੇ ਦੀਆਂ 20 ਸ਼ਾਖਾ, ਕਿਸੇ ਦੀਆਂ 101, ਕਿਸੇ ਦੀਆਂ 1000 ਸਾਮਵੇਦ ਦੀਆਂ। ਔਰ ਇਸੇ ਪ੍ਰਕਾਰ ਜੋ ਸ਼ਾਸਤਰ ਉਹਨਾਂ ਵਿੱਚ ਕਿੰਨੇ ਕਿੰਨੇ ਸ਼ਲੋਕ ਵੱਧ ਘੱਟ ਹੈ, ਇੱਕ ਦੂਜੇ ਨਾਲ ਨਹੀਂ ਰਲਦਾ, ਦੂਜਾ ਤੀਜੇ ਨਾਲ ਨਹੀਂ ਰਲਦਾ। ਕੇਵਲ ਤੇ ਕੇਵਲ ਇੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਸਰੂਪ ਹੈ, ਜੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਰਾਮਸਰ ਸਾਹਿਬ ਦੇ ਕੰਢੇ ਉੱਤੇ ਬੈਠ ਕਰਕੇ ਸਰੋਵਰ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਲਿਖਾਇਆ। ਮੁੜ ਦੁਬਾਰਾ ਉਹਦੀ ਸੁਧਾਈ ਕੀਤੀ, ਜਿੱਥੇ ਲੱਗ ਕੰਨੇ ਦਾ ਫਰਕ ਸੀ ਉੱਥੇ ਆਪ ਸੋਧਿਆ ਤੇ ਲਿਖ ਦਿੱਤਾ ਸੁਧ ਕੀਚੇ। ਜੋ ਸ਼ੁੱਧ ਸੀ ਉਸ ਨੂੰ ਲਿਖ ਦਿੱਤਾ ਸੋ ਕਰੇ ਜੇ ਤਿਸੇ ਰਜਾਏ ਸੁਧ। ਫਿਰ ਕਲਗੀਧਰ ਪਾਤਸ਼ਾਹ ਜੀ ਨੇ 9ਵੇਂ ਗੁਰਦੇਵ ਜੀ ਦੀ ਬਾਣੀ ਚੜ੍ਹਾ ਕੇ ਇਸ ਨੂੰ ਸੰਪੂਰਨਤਾ ਦਿੱਤੀ ਤੇ ਹੁਕਮ ਕਰ ਦਿੱਤਾ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ
ਲੇਹ। ਗੁਰੂ ਕਿਤੇ ਗਿਆ ਨਹੀਂ। ਗੁਰੂ ਜਿਹੜਾ ਕੇਵਲ ਆਪਣਾ ਰੂਪ ਵਟਾ ਕੇ ਸਦਾ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚ ਸਥਿਤ ਹੋ ਗਏ। ਤਾਂ ਤੇ ਇੱਕ ਮੈਂ ਛੋਟੀ ਜਿਹੀ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂ, ਕਿਉਂਕਿ ਦਸੋਂ ਪਾਤਸ਼ਾਹੀਆਂ ਇੱਕੋ ਰੂਪ ਹੋਏ ਆ, ਕੇਵਲ ਸਰੀਰ ਬਦਲਦੇ ਰਹੇ ਆ। ਜੋਤ 오ਹਾ ਜੁਗਤ ਸਾਏ, ਸਹ ਕਾਇਆ ਫੇਰ ਪਲਟੀ ਆ। ਕਾਇਆ ਪਲਟੀ ਗਈ ਆ। ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਕਲਗੀਧਰ ਪਾਤਸ਼ਾਹ ਜੀ ਨੇ ਚਿੱਤਰਨਾਰਕ ਵਿੱਚ ਫਰਮਾਨ ਕੀਤਾ, ਸ੍ਰੀ ਨਾਨਕ ਅੰਗਦ ਕਰਮਾਨਾ, ਅਮਰਦਾਸ ਅੰਗਦ ਪਹਿਚਾਨਾ। ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨ ਪਾਇਓ। ਭਿੰਨ ਭਿੰਨ ਰੂਪ ਸਭ ਹੂੰ ਕਰ ਜਾਨਾ, ਏਕ ਰੂਪ ਕਿਨਹੂ ਪਹਿਚਾਨਾ। ਜਿਨ ਜਾਨਾ ਤਿਨ ਹੀ ਸਿਧ ਪਾਈ, ਬਿਨ ਸਮਝੇ ਸਿਧਾਰਥ ਨਹਾਈ। ਰਾਮਦਾਸ ਹਰਸੋਂ ਮਿਲ ਗਏ, ਗੁਰਤਾ ਦੇਤ ਅਰਜਨੈ ਭਏ। ਜਬ ਅਰਜਨ ਪ੍ਰਭ ਲੋਕ ਸੁਧਾਰੇ, ਹਰ ਗੋਬਿੰਦ ਤੈ ਠਾਂ ਬੈਠਾਰੇ। ਹਰੀ ਕ੍ਰਿਸ਼ਨ ਤਿਨ ਕੇ ਸੁਤ ਵਏ, ਤਿਨ ਤੇ ਤੇਗ ਬਹਾਦਰ ਭਏ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕੱਲੂ ਮੈਂ ਸਾਕਾ। ਸਾਧਨ ਹੇਤ ਇਤੀ ਜਨ ਕਰੀ, ਸੀਸ ਦਿਆ ਪਰ ਸੀਨਾ ਉਚਰੀ। ਨਾਟਕ ਚੇਟ ਕੀਏ ਕੋ ਕਾਜਾ, ਪ੍ਰਭ ਲੋਗਨ ਕੈ ਆਵਤ ਲਾਜਾ। ਫਿਰ ਸਤਿਗੁਰੂ ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨੋ। ਇਹ ਪ੍ਰਕਰਨ ਵੱਖਰਾ ਹੈ। ਕਹਿਣ ਤੋਂ ਭਾਵ ਦਸੋਂ ਪਾਤਸ਼ਾਹੀਆਂ ਇੱਕ ਜੋਤ ਸਨ, ਜੋ ਉਹਨਾਂ ਦੇ ਹਿਰਦੇ ਵਿੱਚੋਂ ਪਰਮੇਸ਼ਵਰੀ ਬਾਣੀ, ਪਰਮੇਸ਼ਰ ਦਾ ਗਿਆਨ ਪ੍ਰਗਟ ਹੋਇਆ। ਉਹ ਸਾਡੇ ਕਲਯੁਗੀ ਜੀਵਾਂ ਵਾਸਤੇ ਸਤਿਗੁਰਾਂ ਨੇ ਸੰਪਾਦਿਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਨੂੰ ਪ੍ਰਦਾਨ ਕੀਤਾ। ਔਰ ਇਸ ਗਿਆਨ ਨੂੰ ਹੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਬਹੁ ਬਹੁ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਔਰ ਇਹ ਬਾਣੀ ਐਸੀ ਹੈ, ਇਸ ਬਾਣੀ ਵਿੱਚ ਪਰਮਾਤਮਾ ਵਿੱਚ ਤੇ ਗੁਰੂ ਵਿੱਚ ਭੋਰਾ ਜਿੰਨਾ ਫਰਕ ਨਹੀਂ। ਔਰ ਇੱਕ ਸਮੇਂ ਭਾਈ ਪਿਰਥਾ ਖੇੜਾ ਤੇ ਸੋਇਰੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਏ। 2-3 ਦਿਨ ਸਤਸੰਗਤ ਦਾ ਰੰਗ ਮਾਣਿਆ, ਬੜਾ ਆਨੰਦ ਆਇਆ। ਤੀਸਰੇ ਦਿਨ ਜਾਣ ਤੋਂ ਪਹਿਲਾਂ ਸਾਹਿਬਾਂ ਦੇ ਚਰਨਾਂ ਵਿੱਚ ਖਲੋ ਕੇ ਅਰਜ਼ ਕੀਤੀ, ਪਾਤਸ਼ਾਹ ਭਾਈ ਪਿਰਥਾ ਤੇ ਖੇੜਾ ਸੁਰਨੀ ਦੋਨੇ ਖੜੇ ਹੋ ਕੇ ਕਹਿਣ ਲੱਗੇ, ਪਾਤਸ਼ਾਹ ਅਸੀਂ ਸੰਗਤ ਵਿੱਚ ਆਏ ਹਾਂ, ਬੜਾ ਆਨੰਦ ਆਇਆ। ਸਾਡੇ 2 ਤੁਹਾਡੇ ਚਰਨਾਂ ਵਿੱਚ ਅਰਜ਼ਾਂ ਹੈ, ਔਰ ਤੁਸੀਂ ਕਿਰਪਾ ਕਰਕੇ ਉਹਨਾਂ ਨੂੰ ਪੂਰਾ ਕਰੋ। ਸਤਿਗੁਰੂ ਕਹਿਣ ਲੱਗੇ, ਨਿਸ਼ੰਗ ਹੋ ਕੇ ਕਹਿਣਾ ਕਰੋ, ਭਾਈ ਪਿਰਥਾ ਤੇ ਖੇੜਾ ਸੁਰਨੀ। ਔਰ ਭਾਈ ਪਿਰਥਾ ਨੇ ਬੇਨਤੀ ਕੀਤੀ, ਪਾਤਸ਼ਾਹ ਇੱਕ ਤਾਂ ਸਾਡੇ ਤੇ ਕਿਰਪਾ ਕਰੋ, ਜੋ ਸਾਨੂੰ ਆਨੰਦ ਆਇਆ ਇਹ ਸਦਾ ਵਾਸਤੇ ਬਣਿਆ ਰਹੇ। ਸਤਿਗੁਰੂ ਕਹਿੰਦੇ, ਦੂਸਰਾ ਤੁਹਾਡਾ ਪ੍ਰਸ਼ਨ ਕੀ ਆ? ਕਹਿਣ ਲੱਗੇ, ਦੂਜੀ ਸਾਡੀ ਬੇਨਤੀ ਇਹ ਹੈ ਕਿ ਤੁਹਾਡੇ ਚਰਨਾਂ ਦੇ ਨਾਲ ਅਸੀਂ ਸਦਾ ਜੁੜੇ ਰਹੀਏ, ਕਦੀ ਵੀ ਤੁਹਾਡੇ ਚਰਨਾਂ ਨਾਲੋਂ ਸਾਡਾ ਵਿਛੋੜਾ ਨਾ ਪਵੇ। ਗੁਰਦੇਵ ਗੁਰੂ ਨਾਨਕ ਪਾਤਸ਼ਾਹ ਕਰਤਾਰਪੁਰ ਵਿੱਚ ਮੁਸਕਰਾਏ, ਸਿੰਘਾਸਨ ਤੇ ਬੈਠੇ ਆ। ਕਹਿਣ ਲੱਗੇ, ਭਾਈ ਪਿਰਥਾ ਖੇੜਾ ਸੋਰੀ ਬੜੇ ਕਮਾਲ ਦੇ ਤੁਸੀਂ ਪ੍ਰਸ਼ਨ ਕੀਤੇ ਆ, ਮੰਗ ਵੀ ਚੰਗੀ ਮੰਗੀ ਆ। ਕਹਿੰਦੇ ਦੇਖੋ, ਜੇ ਆਨੰਦੀ ਲੋਚਾ ਤੁਹਾਨੂੰ ਹੈ ਤੇ ਫਿਰ ਸੰਗਤ ਵਿੱਚ ਆਇਆ ਕਰੋ। ਸੰਗਤ ਵਿੱਚ ਬੈਠ ਕੇ ਪ੍ਰਭੂ ਦੀ ਉਸਤਤ, ਪ੍ਰਭੂ ਜੀ ਕੀਰਤੀ ਸੁਣਿਆ ਕਰੋ। ਆ ਹੁਣ ਪਿੱਛੇ ਪੰਕਤੀ ਲੱਗੀ ਆ, ਆਪ ਜੀ ਨੇ ਦੇਖਿਆ ਹੀ ਆ, ਭਗਤ ਤੇਰੇ ਮਨ ਭਾਮਦੇ, ਦਰ ਸੋਹਨ ਕੀਰਤ ਗਾਮਦੇ। ਔਰ ਭਗਤ ਕਿਹੜੇ ਆ? ਭਗਤ ਤੇਰੇ ਮਨ ਭਾਮਦੇ। ਕੌਣ ਭਾਉਂਦੇ? ਦਰ ਸੋਹਨ ਕੀਰਤ ਗਾਮਦੇ। ਜੋ ਪ੍ਰਮਾਤਮਾ ਦੀ ਕੀਰਤੀ ਗਾਉਂਦੇ ਆ, ਜੋ ਪ੍ਰਮਾਤਮਾ ਦੀ ਕੀਰਤੀ ਕਰਦੇ ਆ, ਉਹ ਪ੍ਰਭੂ ਨੂੰ ਭਾਉਂਦੇ ਆ ਤੇ ਪ੍ਰਭੂ ਦੇ ਦਰਬਾਰ ਵਿੱਚ ਸੋਭਾ ਪਾਉਂਦੇ ਆ। ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ। ਪ੍ਰਭੂ ਦੀ ਕੀਰਤੀ ਆਸੀ ਆ। ਬਾਬਾ ਕਬੀਰ ਜੀ ਦਾ, ਜਿਨ੍ਹਾਂ ਭਗਤਾਂ ਦਾ ਤੁਸੀਂ ਉਹ ਪ੍ਰਕਾਸ਼ ਉਤਸਵ ਜਾਂ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਰਚਿਆ, ਇਹ ਨਿਰਾ ਜੋ ਕੀਰਤੀ ਕਰਦਾ ਉਹਦਾ ਉਧਾਰ ਨਹੀਂ ਹੁੰਦਾ, ਔਰ ਜਿਹੜਾ ਸੁਣਦਾ ਉਹਦਾ ਵੀ ਨਿਸਤਾਰਾ ਹੁੰਦਾ।
ਬੜਾ ਸੁੰਦਰ ਫਰਮਾਨ ਲਿਖਿਆ। ਕਹਿੰਦੇ ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ। ਬਸ ਇੱਕ ਕੰਡੀਸ਼ਨ ਹੈ, ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ। ਕਉ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਾਏ। ਜਿਹਨੂੰ ਗੁਰਦੇਵ ਗੁਰੂ ਅਰਜਨ ਦੇਵ ਜੀ ਨੇ ਫਰਮਾਨ ਕੀਤਾ, ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀਗ ਹੀਰਾ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ। ਸ਼ਬਦਾਂ ਹੀ ਦਾ ਹੇਰ ਫੇਰਾ। ਭਗਤ ਕਹਿੰਦੇ ਚਿੱਤ ਲਾ ਕੇ, ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਧਿਆਨ ਲਾ ਕੇ। ਇੱਕੋ ਹੀ ਭਾਵ ਤੇ ਹੈ। ਜਿਹੜਾ ਧਿਆਨ ਲਾ ਕੇ ਕੀਰਤੀ ਕਰਦਾ, ਕੀਰਤਨ ਕਰਦਾ, ਜੋ ਇਕਾਗਰ ਚਿਤ ਹੋ ਕੇ ਕਰਕੇ ਪ੍ਰਭੂ ਦੀ ਕੀਰਤੀ ਸਰਵਣ ਕਰਦਾ, ਤੇ ਹਰ ਨਾਮਾ ਚਿਤ ਲਾਏ। ਤੇ ਫਿਰ ਮਿਲਦਾ ਕੀ ਆ? ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਾਹ ਪਤ ਸਿਉ ਜਾਏਂਦਾ। ਕਹਿੰਦੇ ਸੰਗਤ ਵਿੱਚ ਆ ਕੇ ਪ੍ਰਭੂ ਦੀ ਕੀਰਤੀ ਕਰਿਆ ਕਰੋ ਤੇ ਸਰਵਣ ਕਰਿਆ ਕਰੋ। ਜਿਵੇਂ ਹੁਣ ਤੁਹਾਨੂੰ ਆਨੰਦ ਆਇਆ ਤੇ ਮੈਂ ਆਨੰਦ ਆਵੇਗਾ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਬਸੇ ਜੀਓ। ਸੰਗਤ ਵਿੱਚ ਪ੍ਰਮਾਤਮਾ ਦੀ ਪ੍ਰਤੱਖ ਪ੍ਰਗਟ ਹੋਂਦ ਵਾਪਰਦੀ ਆ, ਵਿਚਰਦੀ ਆ। ਦੂਸਰਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੋ ਤੁਸੀਂ ਬੇਨਤੀ ਕੀਤੀ ਆ ਕਿ ਚਰਨਾਂ ਨਾਲੋਂ ਸਦੀ ਕਦੀ ਸਾਨੂੰ ਕਦੇ ਨਾ ਵਿਛੋੜਿਓ। ਗੁਰਦੇਵ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਜੇ ਤਾਂ ਜੁੜੋਗੇ ਸਰੀਰ ਦੇ ਚਰਨਾਂ ਦੇ ਨਾਲ, ਮੁੜ ਮੁੜ ਕੇ ਜੰਮੋਗੇ, ਮੁੜ ਮੁੜ ਕੇ ਵਿਛੜੋਗੇ, ਮੁੜ ਮੁੜ ਕੇ ਜੁੜੋਗੇ। ਸ਼ਬਦ ਜਿਹੜਾ ਉਹ ਮੇਰਾ ਹਿਰਦਾ ਹੈ। ਜੇ ਤੁਸੀਂ ਸ਼ਬਦ ਦੇ ਨਾਲ ਜੁੜ ਜਾਵੋਗੇ, ਕਦੀ ਵੀ ਮੇਰੇ ਨਾਲ ਤੁਹਾਡਾ ਵਿਛੋੜਾ ਨਹੀਂ ਪਵੇਗਾ। ਤੇ ਸ਼ਬਦ ਜਿਹੜਾ ਇਹ ਗੁਰੂ ਦਾ ਅਸਲੀ ਰੂਪ ਹੈ। ਤੁਸੀਂ ਪੁੱਛੋਗੇ ਕਿਵੇਂ ਹੈ, ਔਰ ਇਹ ਸਮਝਾਇਆ ਨਹੀਂ ਜਾ ਸਕਦਾ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਯਤਨ ਕੀਤਾ ਸਾਨੂੰ ਸਮਝਾਉਣ ਦਾ। ਤੇ ਪ੍ਰਮਾਤਮਾ, ਗੁਰੂ ਤੇ ਸ਼ਬਦ ਇਹ ਕਿਵੇਂ ਓਤ ਪੋਤ ਹੈ। ਬੜੀਆਂ ਸੁੰਦਰ ਭਾਈ ਸਾਹਿਬ ਜੀ ਦੀ ਬਾਣੀ, ਭਾਈ ਗੁਰਦਾਸ ਜੀ ਦੀ ਬਾਣੀ ਦਾ ਗੁਣ ਹੈ। ਚਾਹੇ ਉਹ 12 ਹੋਣ, ਚਾਹੇ ਸਵਈਆ, ਉਹਨਾਂ ਵਿੱਚ ਘੱਟੋ ਘੱਟ ਦੁਨੀਆ ਦੀਆਂ 3 ਉਦਾਹਰਣਾਂ ਜੋ ਅਸੀਂ ਅੱਖਾਂ ਦੇ ਨਾਲ ਵੇਖਦੇ ਹਾਂ, ਕੰਨਾਂ ਦੇ ਨਾਲ ਸੁਣਦੇ ਹਾਂ, ਸਾਡੇ ਸਾਹਮਣੇ ਵਰਤਦੀਆਂ, ਉਹ ਦਰਸਾਉਂਦੇ ਆ। ਉਸ ਨੂੰ ਦੱਸਣ ਤੋਂ ਉਪਰੰਤ ਫਿਰ ਜੋ ਗੁਰਮਤਿ ਦਾ ਸਿਧਾਂਤ ਹੈ, ਗੁਰਮਤਿ ਦੀ ਸਿੱਖਿਆ, ਉਹ ਦੱਸ ਕੇ ਸਾਡੇ ਹਿਰਦੇ ਵਿੱਚ ਉਸ ਨੂੰ ਵਸਾ ਦਿੰਦੇ ਆ। ਇਸੇ ਪ੍ਰਕਾਰ ਇਹ ਸਵਈਆ ਭਾਈ ਸਾਹਿਬ ਜੀ ਨੇ ਰਚਨਾ ਕੀਤਾ ਕਿ ਗੁਰੂ, ਪ੍ਰਮਾਤਮਾ ਤੇ ਸ਼ਬਦ ਕਿਵੇਂ ਓਤ ਪੋਤ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਉਦਾਹਰਣ ਦਿੱਤੀ ਆ ਜੋ ਸਾਡੇ ਸਾਹਮਣੇ ਅਸੀਂ ਦੇਖਦੇ ਹਾਂ। ਕਹਿੰਦੇ ਬਿਰਛ ਆ, ਕੋਈ ਬੂਟੇ ਆ, ਬੂਟਿਆਂ ਨੂੰ ਫਲ ਲੱਗਦੇ ਆ ਤੇ ਫਲਾਂ ਤੋਂ ਹੀ ਦਰਖਤ ਬਣਦੇ ਆ। ਆਪਾਂ ਦੇਖਦੇ ਹਾਂ ਬੀਜਾਂ ਤੋਂ ਦਰਖਤ ਬਣਦੇ ਆ, ਦਰਖਤਾਂ ਤੋਂ ਹੀ ਬੀਜ ਪੈਦਾ ਹੁੰਦੇ ਆ। ਜੇ ਆਪਾਂ ਦਰਖਤ ਨੂੰ ਤੇ ਬੀਜ ਨੂੰ ਵੱਖੋ ਵੱਖਰਾ ਕੱਢਣਾ ਚਾਹੀਏ, ਕਦੀ ਨਹੀਂ ਹੋ ਸਕਦਾ। ਜਿਵੇਂ ਕਣਕ ਆ, ਕਣਕ ਦੇ ਵਿੱਚ ਕਣਕ ਦਾ ਪੌਦਾ ਸਮਾਇਆ ਹੋਇਆ ਹੁਣ, ਪਰ ਸਾਨੂੰ ਦ੍ਰਿਸ਼ਟੀ ਨਹੀਂ ਆਉਂਦਾ। ਔਰ ਉਹ ਪੌਦਾ ਤੇ ਬੀਜ ਓਤ ਪੋਤ ਹੈ। ਬੀਜ ਦਿਸਦਾ ਪਰ ਬੀਜ ਦੇ ਵਿੱਚ ਜੋ ਪੌਦਾ ਉਹ ਸਾਨੂੰ ਨਹੀਂ ਦਿਸਦਾ। ਪਰ ਉਹਦੇ ਵਿੱਚ ਇਹ ਤੋਂ ਮੁਨਕਰ ਵੀ ਕੋਈ ਨਹੀਂ ਹੋ ਸਕਦਾ ਕਿ ਇਸ ਕਣਕ ਦੇ ਬੀਜ ਵਿੱਚ ਕਣਕ ਦਾ ਪੌਦਾ ਨਹੀਂ। ਬੋਹੜ ਦਾ ਬੀਜ ਬੜਾ ਮਹੀਨ ਹੈ। ਕਿਸੇ ਨੂੰ ਦੱਸਿਆ ਜਾਵੇ ਕਿ ਕਨਾਲਾਂ ਵਿੱਚ ਜੋ ਖਲਾਰ ਕਰੀ ਬੈਠਾ ਬੋਹੜ ਦਾ ਦਰਖਤ, ਇਹ ਛੋਟੇ ਜਿਹੇ ਬੀਜ ਦੇ ਵਿੱਚ ਹੈ। ਕੋਈ ਅੱਜ ਯਕੀਨ ਨਹੀਂ ਕਰਦਾ, ਪਰ ਇਹ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਛੋਟੇ ਜਿਹੇ ਬੀਜ ਦੇ ਵਿੱਚ ਬੋਹੜ ਦਾ ਦਰਖਤ ਲੁਕਿਆ ਹੋਇਆ, ਅੰਬ ਦੀ ਗੁਠਲੀ ਵਿੱਚ ਅੰਬ ਦਾ ਦਰਖਤ ਲੁਕਿਆ ਹੋਇਆ। ਹਾਂ, ਜਿਵੇਂ ਬੀਜ ਦਿਸਦਾ, ਬੀਜ ਦੇ ਵਿੱਚ ਦਰਖਤ ਪੌਦਾ ਨਹੀਂ ਦਿਸਦਾ, ਤਿਵੇਂ ਇਸੇ ਪ੍ਰਕਾਰ ਸ਼ਬਦ ਅਸੀਂ ਪੜ੍ਹ ਸਕਦੇ ਹਾਂ, ਪਰ ਸ਼ਬਦ ਦੇ ਵਿੱਚ ਜੋ ਗਿਆਨ ਰੂਪ ਗੁਰੂ ਸਮਾਇਆ ਹੋਇਆ ਉਹ ਸਾਨੂੰ ਦ੍ਰਿਸ਼ਟੀ ਨਹੀਂ ਆਉਂਦਾ। ਤਾਂ ਤੇ ਇਸੇ ਪ੍ਰਕਾਰ ਭਾਈ ਸਾਹਿਬ ਜੀ ਨੇ ਦੂਸਰੀ ਉਦਾਹਰਣ ਦਿੱਤੀ ਆ। ਕਹਿੰਦੇ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਲੱਕੜਾਂ ਦੇ ਵਿੱਚ ਅੱਗ ਹੈ ਤੇ ਆਪਾਂ ਦੇਖ ਨਹੀਂ ਸਕਦੇ, ਪਰ ਲੱਕੜਾਂ ਵਿੱਚੋਂ ਹੀ ਅੱਗ ਪ੍ਰਗਟ ਹੁੰਦੀ ਆ। ਔਰ ਆਪਣੇ ਸਾਡੇ ਵੱਡੇ ਪੁਰਖੇ ਹੁਣ ਵੀ ਜੰਗਲ ਵਿੱਚ ਰਹਿਣ ਵਾਲੇ ਆ, ਜਦੋਂ ਲੱਕੜਾਂ ਨੂੰ ਰਗੜਦੇ ਆ ਇਹ ਵਿੱਚੋਂ ਅੱਗ ਪ੍ਰਗਟ ਹੋ ਜਾਂਦੀ ਆ। ਕਿਵੇਂ ਜਿਵੇਂ ਲੱਕੜਾਂ ਵਿੱਚ ਅੱਗ ਜਿਹੜੀ ਗੁਪਤ ਹੈ, ਨਾ ਅਸੀਂ ਉਹਨੂੰ ਫੜ ਸਕਦੇ ਹਾਂ, ਨਾ ਉਹ ਤੋਂ ਕੋਈ ਲਾਭ ਲੈ ਸਕਦੇ ਹਾਂ,
ਨਾ ਉਸ ਨੂੰ ਦੇਖ ਸਕਦੇ ਆ, ਨਾ ਸਪਰਸ਼ ਕਰ ਸਕਦੇ ਆ, ਪਰ ਇਹ ਤੋਂ ਮੁਨਕਰ ਵੀ ਨਹੀਂ ਹੋ ਸਕਦੇ ਕਿ ਲੱਕੜਾਂ ਵਿੱਚ ਅੱਗ ਨਹੀਂ ਗੀ। ਇਹ ਉਦਾਹਰਣ ਦਿੱਤੀ ਆ। ਤੀਸਰੀ ਇੱਕ ਹੋਰ ਉਦਾਹਰਣ ਦਿੱਤੀ ਆ, ਕਹਿੰਦੇ ਜਿਸ ਤਰ੍ਹਾਂ ਬਾਵਨ ਚੰਦਨ ਹੈ, ਚੰਦਨ ਲਈ ਲੱਕੜ ਦੇ ਵਿੱਚ ਸੁਗੰਧੀ ਆ, ਔਰ ਚੰਦਨ ਦੀ ਮਹਾਨਤਾ ਸੁਗੰਧੀ ਕਰਕੇ ਆ, ਤੇ ਸੁਗੰਧੀ ਕੱਲੀ ਚੰਦਨ ਤੋਂ ਬਗੈਰ ਨਹੀਂ ਹੋ ਸਕਦੀ, ਆਪਸੀ ਓਤ ਪੋਤ ਹੈ। ਜੇ ਆਪਾਂ ਚੰਦਨ ਦੇ ਵਿੱਚੋਂ ਸੁਗੰਧੀ ਵਾਹ ਕਰਨਾ ਚਾਹੀਏ, ਲੱਕੜ ਨੂੰ ਵਾਹ ਕਰਨਾ ਚਾਹੀਏ, ਕਦੇ ਨਹੀਂ ਹੋ ਸਕਦੀ। ਇਸੇ ਪ੍ਰਕਾਰ ਕਹਿੰਦੇ ਸ਼ਬਦ ਦੇ ਵਿੱਚ ਸਤਿਗੁਰੂ ਹੈ, ਤੇ ਗੁਰੂ ਤੋਂ ਹੀ ਸ਼ਬਦ ਪ੍ਰਗਟ ਹੋਇਆ। ਆਪਾਂ ਦੇਖਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, 6 ਗੁਰੂ ਸਾਹਿਬਾਂ ਦੀ ਬਾਣੀ ਆ, ਇਹ ਗੁਰੂ ਤੋਂ ਬਾਣੀ ਪੈਦਾ ਹੋਈ ਆ, ਪ੍ਰਗਟ ਹੋਈ ਆ, ਔਰ ਇਸ ਬਾਣੀ ਦੇ ਵਿੱਚ ਹੀ ਗੁਰੂ ਦੀ ਜਿਹੜੀ ਹੋਂਦ ਆ ਉਹ ਸਮਾਈ ਬੈਠੀ ਆ। ਸਵਈਏ ਦੇ ਬੜੇ ਭਾਵਪੂਰਤ ਬਚਨ ਹਨ। ਕਹਿੰਦੇ ਫਲ ਤੇ ਬਿਰਖ, ਬਿਰਖ ਤੇ ਹੋਤ ਫਲ, ਆਦਪੁੱਤ ਗਤ ਕਿਛ ਕਹਿਣ ਨਾ ਆਵੇ ਜੀ। ਬੜੀ ਅਚਰਜ ਗੱਲ ਹੈ, ਕੋਈ ਕਹਿਣ ਸੁਣ ਤੋਂ ਪਰੇ ਦੀ ਗੱਲ ਹੈ। ਜੈਸੇ ਬਾਸ ਬਾਵਨ ਮੈਂ, ਬਾਵਨ ਹੈ ਬਾਸ ਵਿਖੇ, ਬਿਸਮ ਚਰਿੱਤਰ ਕੋ ਮਰਮ ਨਾ ਪਾਵੈ ਜੀ। ਬੜਾ ਬਿਸਮਿੱਤਰ, ਬੜਾ ਬਿਸਮ ਦਾ ਭਾਵ ਅਚਲ ਚਰਿੱਤਰ ਹੈ, ਇਹਦੀ ਸੋਝੀ ਆਮ ਬੰਦਾ ਨਹੀਂ ਪਾ ਸਕਦਾ। ਕਹਿੰਦੇ ਕਾਸ਼ਟ ਮੈਂ ਅਗਨ, ਅਰ ਅਗਨ ਮੈਂ ਕਾਸ਼ਟ ਹੈ, ਆਤ ਅਚਰਜਮਈ ਕੌਤਕ ਕਹਾਵੈ ਜੀ। ਬੜਾ ਅਚਰਜ ਹੈ। ਲੱਕੜਾਂ ਵਿੱਚ ਅੱਗ ਹੈ ਪਰ ਸਾੜਦੀ ਨਹੀਂ, ਜਦੋਂ ਪ੍ਰਗਟ ਹੋ ਜਾਂਦੀ ਆ ਤੇ ਉਹੀ ਫਿਰ ਉਦੋਂ ਤਾਂ ਆਪਾਂ ਸੀਤ ਦੇ ਦਿਨਾਂ ਵਿੱਚ ਪਾਲੇ ਦੇ ਦੁੱਖ ਤੋਂ ਬਚਦੇ ਆ। ਰਸੋਈ ਦੇ 36 ਪ੍ਰਕਾਰ ਦੇ ਭੋਜਨ ਬਣਾਉਂਦੀ ਆ, ਸਾੜਦੀ ਆ, ਤਾਂ ਤੇ ਕਿਉਂ ਜੋ ਪ੍ਰਗਟ ਹੋ ਜਾਂਦੀ ਆ। ਗੁਰੂ ਇਸੇ ਪ੍ਰਕਾਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਵੀ ਫਰਮਾਨ ਕੀਤਾ, ਕਹਿੰਦੇ ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਕੋਈ ਜਗ੍ਹਾ ਪ੍ਰਮਾਤਮਾ ਤੋਂ ਖਾਲੀ ਨਹੀਂ। ਜਿਵੇਂ ਸ਼ਬਦ ਪੜ੍ਹ ਰਹੇ ਸਨ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਖੋਜਣਾ ਕਿਵੇਂ ਆ? ਗੁਰੂ ਅਰਜਨ ਦੇਵ ਜੀ ਨੂੰ ਪੁੱਛੀਏ। ਸਤਿਗੁਰੂ ਕਹਿੰਦੇ ਰਾਮ ਰਾਮ ਬੋਲ ਬੋਲ, ਖੋਜ ਤੇ ਵੱਡ ਭਾਗੀ। ਉਹ ਵੱਡਿਆਂ ਭਾਗਾਂ ਵਾਲੇ ਆ ਜੋ ਪ੍ਰਮਾਤਮਾ ਦਾ ਨਾਮ ਜਪਦੇ ਆ, ਗੁਰੂ ਕੀ ਬਾਣੀ ਪੜ੍ਹਦੇ ਆ। ਔਰ ਗੁਰੂ ਕੀ ਬਾਣੀ ਪੜ੍ਹਨੀ ਕੀ ਆ? ਪ੍ਰਮਾਤਮਾ ਨੂੰ ਖੋਜਣਾ। ਗੁਰੂ ਦਾ ਨਾਮ ਜਪਣਾ ਕੀ ਆ? ਪ੍ਰਮਾਤਮਾ ਨੂੰ ਖੋਜਣਾ। ਤਾਂ ਤੇ ਇਸੇ ਪ੍ਰਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਆਖਰੀ ਪੰਕਤੀ ਦੇ ਵਿੱਚ ਪ੍ਰਮਾਨ ਕਰਦੇ ਆ ਕਿ ਜਿਸ ਤਰ੍ਹਾਂ ਉੱਪਰ ਉਦਾਹਰਣਾਂ ਦਿੱਤੀਆਂ, ਕਹਿੰਦੇ ਇਸੇ ਪ੍ਰਕਾਰ ਸਤਿਗੁਰ ਮੈਂ ਸ਼ਬਦ, ਸ਼ਬਦ ਮੈਂ ਸਤਿਗੁਰ ਹੈ, ਨਿਰਗੁਣ ਸਰਗੁਣ ਗਿਆਨ ਧਿਆਨ ਸਮਝਾਵੇ ਜੀ। ਜਦੋਂ ਗੁਰੂ ਦੀ ਸ਼ਰਨ ਵਿੱਚ ਮਨੁੱਖ ਆਉਂਦਾ, ਫਿਰ ਗੁਰੂ ਇਸ ਮਾਰਗ ਦਾ ਪਾਂਧੀ ਬਣਾਉਂਦਾ, ਫਿਰ ਇਸ ਜੋ ਅਚਰਜਮਈ ਅਵਸਥਾ ਵਿੱਚ ਆਪਾਂ ਵਿਚਰ ਰਹੇ ਹਾਂ, ਇਹਦੇ ਵਿੱਚੋਂ ਫਿਰ ਪ੍ਰਮਾਤਮਾ ਦੀ ਹੋਂਦ ਇਸ ਬਾਣੀ ਵਿੱਚੋਂ ਹੀ ਪ੍ਰਗਟ ਹੋ ਜਾਂਦੀ ਆ। ਗੁਰਦੇਵ ਸਤਿਗੁਰਾਂ ਨੇ ਖੁਦ ਲਿਖਣਾ ਕੀਤਾ, ਕਹਿੰਦੇ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਪੁਰਖ ਕੀ। ਮਹਾਪੁਰਖ ਕਿਸੇ ਸੰਸਾਰ ਦੇ ਸਾਧੂ ਮਹਾਤਮਾ ਦਾ ਨਾਂ ਨਹੀਂ। ਮਹਾਪੁਰਖ ਕੌਣ ਹੈ? ਪ੍ਰਮਾਤਮਾ। ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ। ਸਾਡੇ ਜੀਵਨ ਦਾ ਲਕਸ਼ ਕੀ ਆ? ਨਿਜ ਘਰ ਦੇ ਵਿੱਚ ਜਾਣਾ। ਜੋ ਗੁਰੂ ਕੀ ਬਾਣੀ ਨੂੰ ਪੜ੍ਹੇਗਾ, ਬਾਣੀ ਨੂੰ ਸੁਣੇਗਾ, ਬਾਣੀ ਨੂੰ ਖੋਜੇਗਾ, ਉਹਦਾ ਨਿਜ ਘਰ ਦੇ ਵਿੱਚ ਨਿਵਾਸ ਹੋ ਜਾਂਦਾ। ਤੇ ਜਿਹਦਾ ਨਿਜ ਘਰ ਦੇ ਵਿੱਚ ਨਿਵਾਸ ਹੋ ਜਾਂਦਾ, ਸੋਲੇ ਦੀ ਬਾਣੀ ਵਿੱਚ ਗੁਰਦੇਵ ਗੁਰੂ ਰਾਮਦਾਸ ਜੀ ਦਾ ਫਰਮਾਨ ਆਪਾਂ ਪੜ੍ਹਦੇ ਹਾਂ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਕੋ ਫੇਰਾ। ਆਵਾਗਾਉਣ ਦਾ ਚੱਕਰ ਹੀ ਖਤਮ ਹੋ ਜਾਂਦਾ। ਜਿਨ੍ਹਾਂ ਭਗਤਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ, ਉਹਨਾਂ ਦੀ ਭਗਤੀ ਉੱਤੇ ਪ੍ਰਸੰਨ ਹੋ ਕੇ ਪ੍ਰਮਾਤਮਾ ਨੇ ਕਿਹਾ ਤੁਹਾਨੂੰ ਰਾਜ ਭਾਗ ਦੇ ਮਾਲਕ ਬਣਾ ਦੇਣਾ। ਭਗਤਾਂ ਨੇ ਠੁਕਰਾ ਦਿੱਤਾ, ਕਹਿਣ ਲੱਗੇ ਮਹਾਰਾਜ ਸਾਨੂੰ ਰਾਜ ਨਹੀਂ ਚਾਹੀਦਾ। ਕਹਿੰਦੇ ਰਾਜ ਨਾ ਚਾਹੂੰ, ਸਾਨੂੰ ਨਹੀਂ ਰਾਜ ਚਾਹੀਦਾ। ਦੂਜੀ ਸਭ ਤੋਂ ਵੱਡੀ ਪਰਲੋਕ ਦੀ ਮੁਕਤੀ ਆ, ਕਿਆ ਤੁਹਾਨੂੰ ਮੁਕਤ ਕਰ ਦਿੰਦੇ ਆ। ਭਗਤਾਂ ਨੇ ਉਹ ਵੀ ਠੁਕਰਾ ਦਿੱਤਾ, ਕਹਿਣ ਲੱਗੇ ਮੁਕਤ ਨਾ ਚਾਹੂੰ, ਸਾਨੂੰ ਮੁਕਤੀ ਵੀ ਨਹੀਂ ਚਾਹੀਦੀ। ਕਹਿਣ ਲੱਗੀ ਚੀਜ਼ ਚਾਹੁੰਦੇ ਕੀ ਹੋ? ਕਹਿੰਦੇ ਬਸ ਤੁਹਾਡੇ ਚਰਨਾਂ ਕਮਲਾਂ ਦੀ ਪ੍ਰੀਤੀ ਚਾਹੀਦੀ ਹੈ। ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਤੇ ਕਹਿ ਦਿੱਤਾ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈਐ।
ਉਹ ਜੋ ਪ੍ਰਮਾਤਮਾ ਤੇਰੇ ਨਾਮ ਜਪਣ ਵਿੱਚ ਸੁਖ ਹੈ, ਉਹ ਰਾਜ ਭਾਗ ਵਿੱਚ ਕਿੱਥੋਂ? ਭਾਵ ਕਦਾਚਿਤ ਨਹੀਂ। ਔਰ ਭਗਤਾਂ ਨੇ ਇੱਕ ਗੁਰੂ ਦੇ ਚਰਨਾਂ ਵਿੱਚ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਹੇ ਪ੍ਰਮਾਤਮਾ, ਤੁਸੀਂ ਸੰਸਾਰ ਦੇ ਅਨੇਕਾਂ ਦੁੱਖ ਦੂਰ ਕਰਦੇ ਹੋ, ਸਾਡਾ ਇੱਕ ਦੁੱਖ ਹੀ ਦੂਰ ਕਰ ਦਿਓ। ਸੋਚਣਾ ਪਵੇਗਾ ਕਿ ਭਗਤਾਂ ਨੂੰ ਕਿਹੜਾ ਦੁੱਖ ਹੈ? ਇੰਨੇ ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਕ ਸੁਆਮੀ ਦੀ ਅਵਸਥਾ ਵਿੱਚ ਵਿਚਰਦੇ ਆ, ਜਿਨ੍ਹਾਂ ਨੇ ਰਾਜ ਨੂੰ ਵੀ ਲੱਤ ਮਾਰ ਦਿੱਤੀ, ਮੁਕਤੀ ਨੂੰ ਵੀ ਠੁਕਰਾ ਦਿੱਤਾ। ਫਿਰ ਭਗਤਾਂ ਨੂੰ ਕਿਹੜਾ ਦੁੱਖ ਹੋਇਆ? ਤੇ ਉਹਨਾਂ ਨੇ ਉਹ ਦੁੱਖ ਦਾ ਵਰਣਨ ਕੀਤਾ। ਉਹ ਦੁੱਖ ਸਾਨੂੰ ਕਿਵੇਂ ਪਤਾ ਲੱਗੇਗਾ? ਤਦੋਂ ਜਦੋਂ ਬਾਣੀ ਆਪਾਂ ਪੜਾਂਗੇ। ਬਾਬਾ ਕਬੀਰ ਜੀ ਕਹਿੰਦੇ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ। ਹੇ ਪ੍ਰਕਾਸ਼ੂ ਪ੍ਰਮਾਤਮਾ, ਜਿੱਥੇ ਲੋਕਾਂ ਦੇ ਅਨੇਕਾਂ ਦੁੱਖ ਦੂਰ ਕਰ ਦਿਓ, ਸਾਡਾ ਇੱਕ ਹੀ ਦੁੱਖ ਦੂਰ ਕਰ ਦਿਓ। ਉਹ ਕਿਹੜਾ ਦੁੱਖ? ਕਹਿੰਦੇ ਅਗਨ ਦਾ ਹੈ ਅਰ ਗਰਭ ਬਸੇਰਾ। ਜੰਮਣ ਦਾ ਤੇ ਮਰਨ ਦਾ ਦੁੱਖ ਜਿਹੜਾ ਨਾ, ਇਹ ਕਿਰਪਾ ਕਰਕੇ ਸਾਡਾ ਦੂਰ ਕਰ ਦਿਓ। ਤਾਂ ਤੇ ਸਤਿਗੁਰੂ ਕਹਿੰਦੇ ਜਿਹਨੂੰ ਨਿਜ ਕਰਦੇ ਵੀ ਨਿਵਾਸ ਮਿਲ ਜਾਂਦਾ ਹੈ, ਉਹਦਾ ਆਵਾਗਾਉਣ ਦਾ ਚੱਕਰ ਸਦਾ ਵਾਸਤੇ ਖਤਮ ਹੋ ਜਾਂਦਾ ਹੈ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਕੋ ਫੇਰਾ। ਤਾਂ ਤੇ ਐਸੀ ਗੁਰੂ ਕੀ ਬਾਣੀ ਸਤਿਗੁਰਾਂ ਨੇ ਸਾਨੂੰ ਪ੍ਰਦਾਨ ਕੀਤੀ ਹੈ। ਔਰ ਜਿਸ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾਂ ਬਚਨ ਕੀਤਾ ਆਪ ਜੀ ਦੇ ਨਾਲ, ਜਿੱਥੇ ਸਤਿਗੁਰੂ 6 ਗੁਰੂ ਸਾਹਿਬਾਨ ਬੈਠੇ ਆ, 15 ਭਗਤ ਜਨ ਬੈਠੇ ਆ, 11 ਭੱਟ ਹੈ, 4 ਗੁਰੂ ਸਿੱਖਾਂ ਦੀ ਬਾਣੀ ਹੈ। ਸੋ ਸਾਰੇ ਉਸ ਅਵਸਥਾ ਨੂੰ ਪੁੱਜੇ ਹੋਏ ਆ ਜਿੱਥੇ ਜਾ ਕੇ ਭਿੰਨਤਾ ਖਤਮ ਹੋ ਜਾਂਦੀ ਆ। ਜਿਹਨੂੰ ਭਗਤ ਰਵਿਦਾਸ ਜੀ ਨੇ ਫਰਮਾਨ ਕੀਤਾ, ਬੇਗਮਪੁਰਾ ਸ਼ਹਿਰ ਕੋ ਨਾਓ, ਦੁਖਨ ਦੋ ਨਹੀਂ ਤੇ ਠਾਓ। ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਥਾ ਨਾ ਤਰਸ ਜਵਾਲ। ਆਮੋਏ ਖੂਬ ਬਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਹੀ। ਆਬਾਦਾਨ ਸਦਾ ਮਸ਼ਹੂਰ, ਉਹਾਂ ਗਨੀ ਬਸੇ ਮਾਮੂਰ। ਤਿਉ ਤਿਉ ਸੈਲ ਕਰੇ ਜਿਉ ਭਾਵੈ, ਮਹਿਰਮ ਮਹਿਲ ਨਾ ਕੋਟ ਕਾਵੈ। ਕਹਿ ਰਵਿਦਾਸ ਖਲਾਸ ਚਮਾਰਾ, ਜੋ ਇਸ ਸ਼ਹਿਰੀ ਸੋ ਮੀਤ ਹਮਾਰਾ। ਜੋ ਇਸ ਬੇਗਮਪੁਰੇ ਦੇ ਵਾਸੀ ਬਣ ਗਏ, ਉਹਨਾਂ ਦੀ ਬਾਣੀ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਦਿੱਤਾ। ਨਹੀਂ ਤਾਂ ਭਗਤ ਉਸ ਵੇਲੇ ਛੱਜੂ ਵੀ ਸੀ, ਕਾਨਾ ਵੀ ਸੀ, ਸ਼ਾਹ ਹੁਸੈਨ ਵੀ ਸੀ, ਪੀਲੂ ਵੀ ਸੀ, ਹੋਰ ਅਨੇਕਾਂ ਭਗਤ ਸਨ। ਪਰ ਉਹਨਾਂ ਦੀ ਜੋ ਬਾਣੀ ਸੀ, ਜੋ ਉਹਨਾਂ ਦੀ ਕਵਿਤਾ ਸੀ, ਉਹਦੇ ਵਿੱਚੋਂ ਹਉਮੈ ਦੀ ਜਾਂ ਇਸੇ ਪ੍ਰਕਾਰ ਅਨੇਕ ਪ੍ਰਕਾਰ ਦੀ ਜੋ ਗੁਰੂ ਘਰ ਦੇ ਨਾਲ ਮੇਲ ਨਹੀਂ ਸੀ ਖਾਂਦੀ, ਉਹ ਬੂ ਆਉਂਦੀ ਸੀ। ਸਤਿਗੁਰਾਂ ਨੇ ਉਹਨਾਂ ਨੂੰ ਇਨਕਾਰ ਕਰ ਦਿੱਤਾ। ਪਰ ਜਿਨ੍ਹਾਂ ਦੀ ਉਸ ਪਰਮ ਪਦ ਦੇ ਵਿੱਚ ਪੁੱਜੇ ਹੋਏ ਸਨ, ਪ੍ਰਭੂ ਦੇ ਨਾਲ ਅਭੇਦ ਹੋਏ ਗਏ ਸਨ। ਜਿਵੇਂ ਬਾਬਾ ਕਬੀਰ ਜੀ ਨੇ ਆਪ ਖੁਦ ਕਹਿਣਾ ਕੀਤਾ, ਕਬੀਰ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਨੀ। ਜਿਨ੍ਹਾਂ ਦੀ ਅਵਸਥਾ ਇਹ ਹੋ ਗਈ ਸੀ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਿਉਂ ਜਲ ਜਲ ਮੈਂ ਪਿਆਸ ਨਾ ਨਿਕਲਿਓ, ਤਿਉਂ ਢੁਰ ਮਿਲਿਓ ਜਲਾਹੋ। ਇਸ ਪ੍ਰਕਾਰ ਜਿਨ੍ਹਾਂ ਦੀ ਅਵਸਥਾ ਹੋ ਗਈ ਸੀ, ਉਹਨਾਂ ਦੀ ਬਾਣੀ ਨੂੰ ਥਾਂ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਿਆ। ਔਰ ਇਹੀ ਬਾਣੀ ਜਿਹੜੀ ਆ, ਇਹ ਉਹਨਾਂ ਦੀ ਆਪਣੀ ਬਾਣੀ ਹੈ। ਬਾਹਰ ਜਿੰਨੀ ਵੀ ਬਾਣੀ ਦੇਖੋਗੇ, ਉਹਨਾਂ ਦੇ ਵਿੱਚ ਹੋ ਸਕਦਾ ਵਾਧਾ ਘਾਟਾ, ਕੋਈ ਅਥੈਂਟਿਕ ਨਹੀਂ ਗੀ। ਤਾਂ ਤੇ ਗੁਰੂ ਗ੍ਰੰਥ ਸਾਹਿਬ ਜਿੰਨੀ ਬਾਣੀ ਆ, ਜਿੰਨਿਆਂ ਭਗਤਾਂ ਦੀ ਆ, ਇਹ ਨਿਰੋਲ ਉਹਨਾਂ ਭਗਤਾਂ ਦੀ ਬਾਣੀ ਆ। ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰੀ ਗਈ ਆ, ਔਰ ਬ੍ਰਹਮ ਦੀ ਗਿਆਨ ਦੀ ਦਾਤੀ ਆ। ਸੋ ਗੁਰੂ ਪਾਤਸ਼ਾਹ ਰਹਿਮਤ ਕਰਨ, ਐਸੇ ਅਮੋਲਕ ਖਜ਼ਾਨੇ ਦੇ ਆਪਾਂ ਭਾਈਵਾਲ ਬੁਣੀਏ। ਔਰ ਜਦੋਂ ਗੁਰੂ ਅਰਜਨ ਦੇਵ ਜੀ ਨੇ ਗੋਇੰਦਵਾਲ ਸਾਹਿਬ ਤੋਂ ਪੋਥੀਆਂ ਲਿਆਂਦੀਆਂ ਸਨ, ਹੁਕਮਨਾਮਾ ਲਿਆ, ਬਜਟ ਵਿੱਚ ਆ ਕੇ ਕਿ ਪੁਕਾਰ ਉੱਠੇ ਕਿ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੁੱਟ ਅਤੋਲ। ਖਾਵੇ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਹੋ ਜਾਈ। ਤਾਂ ਤੇ ਆਪਾਂ ਐਸੇ ਮੁੱਲ ਖਜ਼ਾਨੇ ਨੂੰ ਛੱਡ ਕੇ ਦੇਹ ਧਾਰੀਆਂ ਦੇ ਦਰਾਂ ਉੱਤੇ ਤੁਰੇ ਫਿਰਦੇ ਆ, ਜਿਨ੍ਹਾਂ ਨੇ ਇੱਥੋਂ ਥੋੜ੍ਹਾ ਬਹੁਤ ਚੁਰਾ ਕੇ ਆਪਣਾ ਦੁਕਾਨਾਂ ਚਲਾਈਆਂ ਹੋਈਆਂ। ਕਦੀ ਆਪਾਂ ਮਠਾਂ ਦੇ ਜਾਂਦੇ ਆ, ਕਦੀ ਕਰਵਾਂ ਦੇ ਨਿਆਜ਼ ਦਿੰਦੇ ਆ। ਸੋ ਗੁਰੂ ਪਾਤਸ਼ਾਹ ਰਹਿਮਤ ਕਰਨ,
ਆਪਾਂ ਕਰਤੇ ਦੇ ਨਾਲ ਜੁੜੀਏ, ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਮੇਰੇ ਮਨ ਕਰਤੇ ਨੋ ਸਾਲਾ ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਹ। ਗੁਰੂ ਦੀ ਸ਼ਰਨ ਵਿੱਚ ਆ ਜਾਈਏ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਤ। ਗੁਰੂ ਦੀ ਸ਼ਰਨ ਵਿੱਚ ਕਿਵੇਂ ਆਉਣਾ? ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਜੋ ਪੰਜ ਪਿਆਰੇ ਰਹਿ ਦੱਸਦੇ ਆ ਉਸ ਨੂੰ ਜੀਵਨ ਵਿੱਚ ਧਾਰਨ ਕਰਨਾ, ਜੋ ਕ੍ਰਿਹਤਾਂ ਤੋਂ ਬਚਣ ਲਈ ਹੁਕਮ ਕਰਦੇ ਆ ਉਹਨਾਂ ਦਾ ਤਿਆਗ ਕਰਨਾ, ਗੁਰੂ ਪਾਤਸ਼ਾਹ ਰਹਿਮਤ ਕਰਨਾ। ਪ੍ਰਬੰਧਕਾਂ ਨੇ ਬਹੁਤ ਵੱਡਾ ਉਦਮ ਕੀਤਾ, ਜਿੰਨਾ ਵੀ ਇਹਦਾ ਸ਼ਲਾਘਾ ਕੀਤੀ ਜਾਵੇ ਓਨੀ ਥੋੜ੍ਹੀ ਆ। ਸਾਰਿਆਂ ਨੂੰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸੇਵਾ ਦਾ ਫਲ ਪ੍ਰਦਾਨ ਕਰਨਾ ਪ੍ਰਬੰਧਕਾਂ ਨੇ ਉਦਮ ਕੀਤਾ, ਔਰ ਸਾਡੇ ਗੁਰੂ ਦੇ ਉਪਦੇਸ਼ ਕੰਨਾਂ ਵਿੱਚ ਪਹੁੰਚਾਉਣ ਵਾਸਤੇ ਇਹਨਾਂ ਨੇ ਇਹ ਸਮਾਗਮ ਰਚਨਾ ਕੀਤਾ। ਇਹ ਸਮਾਗਮ ਰਚਨਾ ਤਾਦੀ ਸੁਭਲਾ, ਜੇ ਆਪਾਂ ਇਸ ਸਮਾਗਮ ਦੇ ਵਿੱਚੋਂ ਗੁਰੂ ਦੀ ਇੱਕ ਅੱਧ ਸਿੱਖਿਆ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਘਰਾਂ ਨੂੰ ਲੈ ਜਾਈਏ ਔਰ ਉਸ ਦੀ ਕਮਾਈ ਕਰੀਏ, ਫਿਰ ਸਾਡਾ ਇਹ ਕੀਰਤਨ ਰਚਨੇ, ਕੀਰਤਨ ਦਰਬਾਰ ਕਰਨੇ ਵੀ ਸਫਲੇ ਆ, ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨੀ ਵੀ ਸਫਲ ਆ। ਜੇ ਆਪਾਂ ਆਏ, ਸਤਿਗੁਰਾਂ ਨੂੰ ਮੱਥਾ ਟੇਕਿਆ, ਕੀਰਤਨ ਸੁਣਿਆ, ਮੁੜ ਕੇ ਬਾਹਰ ਗਏ, ਪਤਾ ਹੀ ਨਹੀਂ ਕੀ ਸੁਣਿਆ, ਗੁਰੂ ਦੀ ਸਿੱਖਿਆ ਕੀ ਸੀ, ਫਿਰ ਸਾਡਾ ਬਹੁਤਾ ਲਾਭ ਨਹੀਂ ਹੋਣਾ। ਜਿੰਨਾ ਸਮਾਂ ਗੁਰੂ ਚਰਨਾਂ ਵਿੱਚ ਬੈਠੇ ਆ ਉਹ ਸਮਾਂ ਤਾਂ ਜ਼ਰੂਰ ਸਫਲਾ ਹੋਵੇਗਾ। ਇੱਥੇ ਤਾਂ ਆਇਆ ਗਾਵੀਆ ਸੁਣੀਆ ਮਨ ਰੱਖੀਆ ਭਾਓ, ਅੰਤਰਗਤ ਤੀਰਥ ਮਲ ਨਹਾਓ, ਫਿਰ ਕਿਤੇ ਭਰਮਣ ਦੀ ਲੋੜ ਨਹੀਂ। ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਸ ਹੈ, ਸਤਿਗੁਰੂ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਦੇ ਨਾਲ ਜੋੜਨ, ਸਮੂਹ ਸੇਵਾਦਾਰਾਂ ਨੂੰ ਇਸੇ ਪ੍ਰਕਾਰ ਅਗਾਂਹ ਸੇਵਾ ਕਰਨ ਦਾ ਬਲ ਬੁੱਧੀ ਪ੍ਰਦਾਨ ਕਰਨਾ। ਸੋ ਹੋ ਸਕਦਾ ਮੈਂ ਸਮਾਂ ਜ਼ਿਆਦਾ ਲੈ ਗਿਆ ਹੋਵਾਂ, ਉਹਦੇ ਵਾਸਤੇ ਖਿਮਾ ਕਰ ਦੇਣਾ। ਭੁੱਲਾਂ ਚੁੱਕਾਂ ਦੀ ਖਿਮਾ, ਜੋ ਗੁਰੂ ਆਸ਼ੇ ਅਨੁਸਾਰ ਕਿਹਾ ਹੋਵੇ ਉਹ ਗੁਰੂ ਦਾ ਬਚਨ ਜਾਣ ਕੇ ਹਿਰਦੇ ਵਿੱਚ ਥਾਂ ਦੇਣੀ। ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪਰਮ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲੇ, ਜਿਨ੍ਹਾਂ ਦੀ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਹੈ। ਮਹਾਂਪੁਰਖ 6 ਮਹੀਨੇ ਵਿਦੇਸ਼ਾਂ ਦੇ ਵਿੱਚ ਗੁਰਮਤਿ ਪ੍ਰਚਾਰ ਦੀ ਸੇਵਾ ਕਰਦੇ ਆ। 6 ਮਹੀਨੇ ਤਕਰੀਬਨ ਪੰਜਾਬ ਦੇ ਵਿੱਚ, ਪੂਰੇ ਭਾਰਤ ਵਿੱਚ ਜਿੱਥੇ ਜਿੱਥੇ ਸਮਾਂ ਬਣਦਾ ਉੱਥੇ ਉੱਥੇ ਜਾ ਕੇ ਧਰਮ ਪ੍ਰਚਾਰ ਦੀ ਸੇਵਾ ਨਿਭਾਉਂਦੇ ਆ। ਸੇਵਾ ਦਾ ਸਮਾਂ ਜਿਹੜਾ ਹੈ, ਕਥਾ ਵਿਚਾਰ ਦਾ, ਰਸਤੇ ਦੇ ਆਉਣ ਜਾਣ ਦੇ ਸਮੇਂ ਤੋਂ ਇਲਾਵਾ ਜਿਤਨਾ ਸਮਾਂ ਬਚਦਾ ਉਹ ਸਮਾਂ ਮਹਾਂਪੁਰਖ ਧਾਰਮਿਕ ਲਿਟਰੇਚਰ ਲਿਖਣ ਵਾਸਤੇ ਲਾਉਂਦੇ ਨੇ। ਖੋਜ ਕਰਕੇ ਧਾਰਮਿਕ ਗ੍ਰੰਥਾਂ ਦੀ ਉਹ ਲਿਟਰੇਚਰ ਲਿਖਦੇ ਨੇ, ਫਿਰ ਉਹਨਾਂ ਦੀ ਸੁਧਾਈ, ਫਿਰ ਉਹਨਾਂ ਦੀਆਂ ਧਾਰਮਿਕ ਬੁੱਕਾਂ ਬਣਾ ਕੇ ਸੇਵਾ ਦੇ ਵਿੱਚ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭੇਜਦੇ ਨੇ। ਸੱਚ ਕਰਕੇ ਜਾਣਿਓ ਪਿਆਰਿਓ, ਜਿਨ੍ਹਾਂ ਨੇ ਅਜੇ ਤੱਕ ਮਹਾਂਪੁਰਖਾਂ ਦੇ ਦਰਸ਼ਨ ਨਹੀਂ ਕੀਤੇ, ਜਿਹੜੇ ਮਹਾਂਪੁਰਖਾਂ ਨੇ ਆਪਣੇ ਹੱਥਾਂ ਕਰ ਕਮਲਾਂ ਦੇ ਨਾਲ ਪੁਸਤਕਾਂ ਲਿਖੀਆਂ, ਉਹਨਾਂ ਨੂੰ ਪੜ੍ਹ ਕੇ ਮਹਾਂਪੁਰਖਾਂ ਦੇ ਦੀਦਾਰ ਨਹੀਂ ਕੀਤੇ। ਵੱਡੇ ਮਹਾਂਪੁਰਖ, ਉਹਨਾਂ ਦੇ ਦੀਦਾਰ ਨਹੀਂ ਕੀਤੇ, ਸਿਰਫ ਧਾਰਮਿਕ ਪੁਸਤਕਾਂ ਪੜ੍ਹ ਕੇ ਅੰਮ੍ਰਿਤ ਛਕ ਲਏ। ਆਪ ਨਹੀਂ, ਪਰਿਵਾਰ ਨੂੰ ਵੀ ਗੁਰੂ ਨਾਨਕ ਦੇ ਬੇੜੇ ਦੇ ਵਿੱਚ ਚਾੜ ਦਿੱਤਾ ਹੈ। ਵੱਡੀਆਂ ਕਮਾਈਆਂ ਦੇ ਮਾਲਕ ਨੇ, ਲੱਖਾਂ ਰੁਪਏ ਦਾ ਲਿਟਰੇਚਰ ਫ੍ਰੀ ਛਪਵਾ ਕੇ ਆਪਣੇ ਹੱਥੀਂ ਸੇਵਾਦਾਰਾਂ ਦੇ ਨਾਲ ਦੂਰ ਦਰਾਡੇ ਸੰਗਤਾਂ ਵਿੱਚ ਪਹੁੰਚਾਉਂਦੇ ਨੇ। ਸਤਿਗੁਰੂ ਕਿਰਪਾ ਕਰਨ। ਆਪਾਂ ਸਾਰਿਆਂ ਨੇ ਅਰਦਾਸ ਕਰਨੀ ਹੈ, ਇਸੇ ਤਰ੍ਹਾਂ ਮਹਾਂਪੁਰਖਾਂ ਨੂੰ ਪੰਥ ਦੀ ਸੇਵਾ ਕਰਨ ਦਾ ਬਲ ਬਖਸ਼ਣ। ਅਸੀਂ ਆਪਣੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕਰੋੜਾਂ ਵਾਰ ਮਹਾਂਪੁਰਖਾਂ ਨੂੰ ਜਿਉ ਆਇਆ ਆਖਦੇ ਹਾਂ। ਹੁਣ ਸਾਡੇ ਸਤਿਕਾਰਯੋਗ ਬਾਬਾ ਬਿਧੀ ਚੰਦ ਜੀ ਦੀ ਅੰਸ਼ ਵੰਸ਼ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ
ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਜਨਮ ਸਥਾਨ ਚੀਮਾ ਸਾਹਿਬ ਤੋਂ ਸੰਤ ਬਾਬਾ ਜੈਵਿੰਦਰ ਸਿੰਘ ਜੀ ਪਹੁੰਚੇ ਹੋਏ ਨੇ। ਮੈਂ ਦੋਨੇ ਹੀ ਮਹਾਂਪੁਰਖਾਂ ਨੂੰ ਬੇਨਤੀ ਕਰਾਂਗਾ ਕਿ ਸ੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇਣ ਅਤੇ ਮਹਾਂਪੁਰਖ ਕਿਰਪਾ ਕਰਕੇ ਸਿਰਪਾਓ ਲੈਣ ਦੀ ਕਿਰਪਾਲਤਾ ਕਰਨ ਜੀ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਨਿਮਰਤਾ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਕਰਨ ਦੇ ਨਾਲ ਹੀ ਮਹਾਂਪੁਰਖਾਂ ਨੇ ਸਮਾਂ ਬਖਸ਼ਿਸ਼ ਕੀਤਾ ਹੈ। ਫਿਰ ਕਰੋੜਾਂ ਵਾਰ ਜਿਨ੍ਹਾਂ ਨੇ ਐਡੇ ਪ੍ਰਚਾਰਕ ਦੇ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਸਾਡੇ ਵਾਸਤੇ, 4 ਘੰਟੇ ਦਾ ਸਫ਼ਰ ਵੀ ਹੈ, ਸਮਾਂ ਵੀ ਰਾਤ ਦਾ ਹੈ। ਸੋ ਗੁਰੂ ਪਿਆਰਿਓ, ਮੈਂ ਸਾਰੀ ਸੰਗਤ ਦੇ ਚਰਨਾਂ ਵਿੱਚ ਮਸਤਕ ਰੱਖ ਕੇ ਇੱਕ ਬੇਨਤੀ ਕਰਨੀ ਆ, ਧਿਆਨ ਦੇ ਕੇ ਸੁਣਿਓ। ਕਈ ਵਾਰ ਸਾਨੂੰ ਲੱਗਦਾ ਵੀ ਸਾਡੇ ਸਰੀਰ ਥੱਕ ਜਾਂਦੇ ਨੇ, ਬੈਠਿਆਂ ਦੇ, ਸੇਵਾ ਕਰਦਿਆਂ ਦੇ, ਆਉਂਦਿਆਂ ਦੇ, ਜਾਂਦਿਆਂ ਦੇ, ਪਰ ਜਿੰਨਾ ਕੁ ਸਤਿਗੁਰੂ ਜੀ ਨੇ ਸਮਤ ਬਖਸ਼ਿਸ਼ ਕੀਤੀ ਹੈ, ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੀ ਵੀ ਜਿਉਂ-ਜਿਉਂ ਸਾਡਾ ਸਰੀਰ ਥੱਕਦਾ ਜਾਂਦਾ, ਸਾਨੂੰ ਲੱਗਦਾ ਥਕੇਵਾਂ ਹੁੰਦਾ ਜਾਂਦਾ, ਤਿਉਂ-ਤਿਉਂ ਗੁਰੂ ਨਾਨਕ ਦੀ ਬਾਣੀ ਦਾ ਅੰਮ੍ਰਿਤ ਸਾਡੇ ਅੰਦਰ ਭਰਦਾ ਜਾਂਦਾ। ਇਹ ਹਕੀਕਤ ਸੱਚ ਕਰਕੇ ਜਿਉਂ-ਜਿਉਂ ਅਸੀਂ ਥੱਕਦੇ ਜਾਵਾਂਗੇ ਨਾ, ਸੇਵਾ ਕਰਦੇ, ਕੀਰਤਨ ਸਰਵਣ ਕਰਦੇ, ਚੱਲਦੇ, ਬੈਠਦੇ, ਤਿਉਂ-ਤਿਉਂ ਅੰਦਰ ਨਾਮ ਦਾ ਖਜ਼ਾਨਾ, ਨਾਮ ਦਾ ਰਸ, ਨਾਮ ਦਾ ਅੰਮ੍ਰਿਤ, ਉਹ ਮਹਾ ਆਨੰਦ, ਗੁਰੂ ਨਾਨਕ ਦਾ ਖਜ਼ਾਨਾ ਸਾਡੇ ਅੰਦਰ ਪ੍ਰਵੇਸ਼ ਕਰਦਾ ਜਾਂਦਾ। ਤਾਂ ਤੇ ਬੇਨਤੀ ਹੈ, ਸਮਾਪਤੀ ਤੱਕ 6 ਵਜੇ ਤੱਕ, ਅੰਮ੍ਰਿਤ ਵੇਲੇ ਤੱਕ ਆਪ ਜੀ ਨੇ ਸਜਣਾ ਲੰਗਰ ਪ੍ਰਸਾਦਾ ਛਕ ਕੇ ਹੁਣ ਸਾਡੇ ਬਹੁਤ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦਾ ਜਨਮ ਸਥਾਨ ਚੀਮਾ ਸਾਹਿਬ, ਉਥੋਂ ਸੰਤ ਬਾਬਾ ਜੈਵਿੰਦਰ ਸਿੰਘ ਜੀ ਅਕਾਲ ਅਕੈਡਮੀ ਚੀਮਾ ਸਾਹਿਬ ਦੇ ਵਿਦਿਆਰਥੀਆਂ ਦੇ ਨਾਲ ਪਹੁੰਚੇ ਨੇ। ਉਹ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਕਰਨਗੇ। ਉਸ ਤੋਂ ਪਹਿਲਾਂ ਤਕਰੀਬਨ 5 ਮਿੰਟ 10 ਮਿੰਟ ਮਹਾਂਪੁਰਖਾਂ ਨੇ ਬੇਨਤੀਆਂ ਕਰਨੀਆਂ ਨੇ। ਸੰਤ ਬਾਬਾ ਅਵਤਾਰ ਸਿੰਘ ਜੀ, ਬਾਬਾ ਵਿਧੀ ਚੰਦ ਜੀ ਦੀ ਅੰਸ਼-ਵੰਸ਼, ਉਹ ਆਪ ਜੀ ਦੇ ਨਾਲ 5-7 ਮਿੰਟ ਦੀ ਵਿਚਾਰ ਦੀ ਸਾਂਝ ਪਾਉਣਗੇ ਜੀ। ਉਸ ਤੋਂ ਬਾਅਦ ਅਕਾਲ ਅਕੈਡਮੀ ਚੀਮਾ ਸਾਹਿਬ ਜੀ ਦੇ ਵਿਦਿਆਰਥੀ ਤੰਤੀ ਸਾਜ਼ਾਂ ਦੇ ਨਾਲ ਭਗਤ ਰਵਿਦਾਸ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਕਰਨਗੇ। 3 ਭਗਤਾਂ ਦੀ ਬਾਣੀ ਦਾ ਪਹਿਲਾ ਕੀਰਤਨ ਹੋਇਆ, ਭਗਤ ਜੈਦੇਵ ਜੀ, ਭਗਤ ਪੀਪਾ ਜੀ, ਭਗਤ ਰਾਮਾਨੰਦ ਜੀ, ਤੇ ਗੁਰੂ ਦੇ ਪਿਆਰਿਓ 12 ਭਗਤਾਂ ਨੇ ਅਜੇ ਸਾਨੂੰ ਹੋਰ ਆਨੰਦ ਦੇਣਾ ਹੈ, ਉਹਨਾਂ ਨੇ ਹੋਰ ਬਖਸ਼ਿਸ਼ ਕਰਨੀ ਹੈ। ਸੋ ਆਓ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ, ਬਾਬਾ ਵਿਧੀ ਚੰਦ ਜੀ ਦੀ ਅੰਸ਼-ਵੰਸ਼, ਉਹ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।